ਸੁੱਚਾ ਸਿੰਘ ਲੰਗਾ ਬੀਤੇ ਦਿਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਉਹਨਾਂ ਨੂੰ ਮਾਫੀ ਦੇ ਦਿੱਤੀ ਹੈ, ਤਨਖਾਹੀਆ ਐਲਾਨ ਕਰ ਦਿੱਤਾ ਗਿਆ ਕਿ ਇੱਥੇ ਵੱਡੇ ਤੋਂ ਵੱਡਾ ਵੀ ਧਾਰਮਿਕ ਜਾਂ ਕੌਮੀ ਗੁਨਾਹ ਹੋਇਆ ਤਾਂ ਉਹਦੀ ਮਾਫੀ ਮਿਲਦੀ ਆ। ਮਾਫੀ ਦੇਣਾ ਜਿਹੜਾ ਹੈ ਇਹ ਕੋਈ ਸਵਾਲ ਨਹੀਂ ਹੈ, ਮਾਫੀ ਮਿਲਣੀ ਚਾਹੀਦੀ ਸੀ, ਪਰ ਇਹਦੇ ਪਿੱਛੇ ਵੱਡੇ ਸਵਾਲ ਨੇ ਕਿ ਇਹ ਮਾਫੀ ਲਈ ਦਰਖਾਸਤ ਉਹਨੇ ਘੱਟੋ ਘੱਟ 5 ਸਾਲ ਪਹਿਲਾਂ ਦੀ ਦਿੱਤੀ ਹੋਈ ਹੈ, ਜਿੱਦਾਂ ਉਦੋਂ ਇਹ ਕੰਮ ਹੋਇਆ ਸੀ, ਜਿੱਦਾਂ ਉਹਨੂੰ ਛੇਕਿਆ ਸੀ। ਪਹਿਲੀ ਤਾਂ ਗੱਲ ਇਹ ਆ ਵੀ ਇੰਨੇ ਸਾਲ ਕਿਉਂ ਲੱਗੇ। ਕੀ ਗਿਆਨੀ ਜੀ ਜਿਹੜੇ ਉਹ ਬੀਤੇ ਸਾਲ ਸੀ ਕਿਸੇ ਸਰਕਾਰੀ ਮੰਤਰੀ ਕਹਿ ਲਓ ਜਾਂ ਕੋਈ ਸ਼ਕਤੀਸ਼ਾਲੀ ਲੀਡਰ ਕਹਿ ਲਓ ਜਿਹੜੀ ਪਹਿਲੀ ਸਰਕਾਰ ਰਹਿ ਕੇ ਗਈ ਹੈ, ਕਿ ਉਹਨਾਂ ਦੇ ਪ੍ਰਭਾਵ ਹੇਠ ਸੀ ਜਿਹਦੇ ਕਾਰਨ ਇੰਨਾ ਸਮਾਂ ਜਿਹੜਾ ਹੈ ਉਹ ਲੰਘਿਆ। ਹੁਣ ਇੱਕ ਚਰਚਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੋਂ ਪਹਿਲਾਂ ਹੋਈ, ਕਿਉਂਕਿ ਇੱਕ ਧੜਿਆਂ ਦੀ ਆਪਸ ਵਿੱਚ ਵੋਟਾਂ ਤੋਂ ਪਹਿਲਾਂ ਜਿਹੜੀ ਬੀਬੀ ਜਗੀਰ ਕੌਰ ਨੂੰ ਵੋਟਾਂ ਪਈਆਂ, ਉਦੋਂ ਇਹ ਜੋੜ ਤੋੜ ਦੇ ਵਿੱਚ ਇੱਕ ਗੱਲ ਸਾਡੇ ਕੰਨੀ ਪਈ ਗੁਰਦਾਸਪੁਰ ਚੋਂ ਕਿ ਸੁੱਚਾ ਸਿੰਘ ਦੇ ਨਾਲ ਸੰਬੰਧਿਤ ਕੁਝ ਮੈਂਬਰ ਨੇ ਜਿਹੜੇ ਜਾ ਕੇ ਅਕਾਲੀ ਲੀਡਰਾਂ ਨੂੰ ਮਿਲੇ ਨੇ। ਉਹਨਾਂ ਨੇ ਇਸ ਮੌਕੇ ਦੀ ਤਾੜ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਅਸੀਂ ਵੋਟ ਪਾ ਦਿਆਂਗੇ, ਪਹਿਲਾਂ ਇਹ ਜਿਹੜੀ ਹੈ ਲੰਗਾਹ ਨੂੰ ਮਾਫੀ ਮਿਲਣੀ ਚਾਹੀਦੀ। ਪਰ ਉਹ ਹੁਣ ਐਨ ਵਕਤ 'ਤੇ ਜਦੋਂ ਚੋਣ ਲੰਘ ਗਈ, ਚੋਣ ਤੋਂ ਸਮਝ ਲਓ ਵੀ ਤੁਸੀਂ 15 ਕੁ ਦਿਨ ਬਾਅਦ ਉਹ ਮਾਫੀ ਮਿਲ ਗਈ, ਤਾਂ ਉਹ ਜਿਹੜੀ ਚਰਚਾ ਸੀ, ਕਿਉਂਕਿ ਜਿਹੜੀ ਪਹਿਲਾਂ ਚਰਚਾ ਹੁੰਦੀ ਹੈ ਨਾ ਉਹ ਕਈ ਵਾਰੀ ਝੂਠੀ ਵੀ ਹੁੰਦੀ ਆ ਅਤੇ ਕਈ ਵਾਰੀ ਸੱਚੀ ਵੀ ਹੁੰਦੀ ਹੈ, ਪਰ ਜੇ ਉਹ ਚਰਚਾ ਤੁਸੀਂ ਪਹਿਲਾਂ ਸੁਣੀ ਹੋਵੇ ਤੇ ਲਗਭਗ ਉਹਦੇ ਅਨੁਸਾਰ ਫਿਰ ਅਮਲ ਦੇ ਵਿੱਚ ਆ ਜਾਵੇ, ਫਿਰ ਇਹ ਗੱਲ ਆਪਣੇ ਆਪ ਦੇ ਵਿੱਚ ਇਹ ਵਿਸ਼ਾ ਬਣ ਜਾਂਦਾ ਕਿ ਇਹ ਕੋਈ ਕਮਿਟਮੈਂਟ ਸੀ। ਪੰਜਾਬ ਦੀ ਆਵਾਮ ਉਹਨਾਂ ਨੇ ਸਵਾਲ ਇਹ ਖੜਾ ਕੀਤਾ ਕਿ ਅਕਾਲੀ ਦਲ ਦੇ ਵੱਲੋਂ ਮਾਫੀ ਦਿੱਤੀ ਗਈ। ਹਾਲਾਂਕਿ ਬਿਰਸਾ ਸਿੰਘ ਬਲਟੋਹਾ ਨੇ ਇੱਕ ਬਹੁਤ ਬੜਾ ਪੱਤਰ ਲਿਖਿਆ ਵੀ ਸਾਡਾ ਕੋਈ ਲੈਣ ਦੇਣ ਨਹੀਂ, ਅਸੀਂ ਐ ਨਹੀਂ, ਮੈਂ ਨਿਖੇਧੀ ਕਰਦਾ, ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਅਕਾਲੀ ਦਲ ਨੇ ਉਹਨਾਂ ਨੇ ਮਾਫੀ ਦਿੱਤੀ। ਦੇਖੋ, ਬਿਰਸਾ ਸਿੰਘ ਬਲਟੋਹਾ ਦਾ ਬੋਲਣਾ ਵੀ ਸੰਕੇਤ ਦਿੰਦਾ, ਅਸੀਂ ਸਾਰੀਆਂ ਗੱਲਾਂ ਦੇ ਵਿੱਚ ਇਗਨੋਰ ਨਹੀਂ ਮਾਰ ਸਕਦੇ। ਮੈਂ ਹੁਣ ਇਹ ਮਾਫੀ ਤੇ 3 ਸਥਿਤੀਆਂ ਨੇ। ਇੱਕ ਤਾਂ ਪਹਿਲੀ ਸਥਿਤੀ ਕਿ ਪਹਿਲੇ ਇੰਨੇ ਸਾਲ ਕਿਉਂ ਨਹੀਂ ਮਿਲੀ, ਠੀਕ ਹੈ ਨਾ ਗੱਲ। ਹਾਂ, ਇਹਦਾ ਮਤਲਬ ਜਿਹੜੀਆਂ ਉਹ ਸਰਕਾਰਾਂ ਰਹੀਆਂ ਤੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਗੱਲ ਸੀਗੀ ਵੀ ਜਿਨ੍ਹਾਂ ਦਾ ਪ੍ਰਭਾਵ ਇਹ ਰਿਹਾ, ਜਿਹਦੇ ਕਰਕੇ ਜਿਨ੍ਹਾਂ ਦੇ ਨਾਲ ਸੁੱਚਾ ਸਿੰਘ ਦੀ ਲੜਾਈ ਸੀ, ਜਾਂ ਇਹ ਕਹਿ ਲਓ। ਨੰਬਰ 2, ਬੀਬੀ ਜਗੀਰ ਕੌਰ ਦੀ ਚੋਣ ਵੇਲੇ ਜਿਹੜੀ ਸਾਨੂੰ ਚਰਚਾ ਛਿੜੀ ਉਹ ਤਾਂ ਲੱਗ ਰਿਹਾ ਪ੍ਰਤੱਖ ਹੋ ਗਈ, ਪਰ ਹੁਣ ਬਿਰਸਾ ਸਿੰਘ ਬਲਟੋਹਾ ਦਾ ਬੋਲਣਾ ਵੀ ਕਿਤੇ ਨਾ ਕਿਤੇ ਸ਼ੱਕ ਖੜੀ ਕਰ ਰਿਹਾ ਹੈ ਕਿ ਕਿਤੇ ਅਕਾਲੀ ਦਲ ਤੋਂ ਬਿਨਾਂ ਕਿਸੇ ਹੋਰ ਪਾਸਿਓਂ ਤਾਂ ਨਹੀਂ ਮਿਲੀ। ਇਹ 3 ਤਰ੍ਹਾਂ ਦੀ ਇਹਦੇ ਤੇ ਹਜੇ ਜਿਹੜੇ ਚੰਗੇ ਬੁੱਧੀਮਾਨ ਬੰਦੇ ਨੇ ਜਾਂ ਜਿਹੜੇ ਵਿਵੇਕ ਬੁੱਧੀ ਨਾਲ ਸੋਚਦੇ ਨੇ ਉਹ ਹਜੇ ਕਿਸੇ ਨਿਰਣੇ ਤੇ ਨਹੀਂ ਪਹੁੰਚ ਪਾ ਰਹੇ ਕਿ ਅਸਲ ਇਹ ਮਾਫੀ ਦੇਣ ਦਾ ਕਾਰਨ ਕੀ ਹੈ। ਔਰ ਜਿੱਦਾਂ ਕਿ ਅੱਜ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਸਤਕ ਮੁਹਿੰਮ ਚਲਾਈ ਜਾ ਰਹੀ ਆ, ਜਿਹਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਲੈ ਕੇ ਔਰ ਫਤਿਹਗੜ੍ਹ ਸਾਹਿਬ ਵੀ ਆ। ਕਈ ਸਾਲਾਂ ਤੋਂ ਬੰਦੀ ਸਿੰਘ ਤੁਸੀਂ ਜਾਣਦੇ ਹੀ ਹੋ, ਹਾਲਾਂਕਿ ਇਹ ਪੱਤਰ ਵੀ ਲਿਖੇ ਗਏ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੇਂਦਰ ਸਰਕਾਰ ਨੂੰ, ਪਰ ਕਿਤੇ ਨਾ ਕਿਤੇ ਰਾਜ ਸਰਕਾਰਾਂ 'ਤੇ ਆ ਕੇ ਜਿਹੜਾ ਕੇਂਦਰ ਸਰਕਾਰ ਆ ਜਾਂ ਰਾਜ ਸਰਕਾਰਾਂ 'ਤੇ ਕਹਿ ਦਿੰਦੇ ਨੇ ਕਿ ਰਾਜ ਸਰਕਾਰਾਂ ਰੋਕ ਰਹੀਆਂ ਨੇ। ਪਰ ਇਹਦੇ ਨਾਲ ਇੱਕ ਸਵਾਲ ਖੜੇ ਹੁੰਦੇ ਨੇ ਕਿ 10 ਸਾਲ ਅਕਾਲੀ ਦਲ ਨੇ ਇੱਥੇ ਰਾਜ ਕੀਤਾ ਤੇ ਸਾਈਨ ਕਰਾਉਣੇ ਵਾਲੇ ਵੀ ਉਹੀ ਨੇ, ਜਿਹੜੇ ਦਸਤਖਤ ਕਰਾਉਣੇ ਨੇ। ਕਹਿਣ ਨੂੰ ਸ਼੍ਰੋਮਣੀ ਕਮੇਟੀ ਹੈ, ਇਹ ਤਾਂ ਪ੍ਰਪੰਚ ਇਹ ਸਾਰਾ ਅਕਾਲੀਆਂ ਦਾ ਹੀ ਹੈ। ਤੇ ਵੀ ਇਹਨਾਂ ਨੂੰ ਇਹ ਪੁੱਛੋ ਕਿ 10 ਸਾਲ ਜਿਹੜੀ ਹੈ ਸੁੱਤੇ ਕਿਉਂ ਰਹੇ। ਇਹ ਜਦ ਹੁਣ ਕਹਿੰਦੇ ਨੇ ਵੀ 30 ਸਾਲ ਹੋ ਗਏ ਉਹਨਾਂ ਨੂੰ, 30 ਸਾਲ 4 ਮਹੀਨੇ 'ਚ ਹੋ ਗਏ, ਮਾਰਚ ਤੋਂ ਬਾਅਦ ਜਦੇ ਮੁੱਦੇ ਮੂੰਹ ਸਿੱਟੇ ਨੇ। 33 ਸਾਲ ਕਈ ਸਿੰਘਾਂ ਨੂੰ ਹੋ ਚੁੱਕੇ ਨੇ ਜੀ। ਮਤਲਬ ਇਹ ਜਿਹੜੇ ਸਾਲ ਹੋਏ ਨੇ ਇਹ ਹੁਣ ਹੀ ਹੋਏ ਨੇ, ਜਾਂ ਇਹਦੀ ਯਾਦ ਜਲਾਲਾਬਾਦ ਦੇ ਸਿੱਖਾਂ ਨੇ ਤੇ ਜਾਂ ਲੰਬੀ ਦੇ ਸਿੱਖਾਂ ਨੇ ਯਾਦ ਕਰਾਈ ਆ ਇਹ। ਤਾਂ ਕਹਿਣ ਦਾ ਮਤਲਬ ਇਹ ਆ, ਅੱਜ ਇਹ ਭਾਜਪਾ ਨਾਲ ਇਹਨਾਂ ਦੀ ਕੋਈ ਸਾਂਝ ਪੈ ਜਾਵੇ ਨਾ, ਤਾਂ ਮੈਂ ਤੁਹਾਨੂੰ ਆਹ ਗੁਰੂ ਘਰ ਬੈਠਾ ਤੇ ਲਿਖ ਕੇ ਦੇ ਸਕਦਾ ਵੀ ਜੇ ਇਹ ਮੁੱਦਾ ਨਾ ਆਪਣੇ ਝੋਲੇ 'ਚ ਪਾ ਕੇ ਘਰ ਨੂੰ ਚਲੇ ਜਾਣ। ਹਾਂ, ਇਹ ਸ਼ੁਰੂ ਤੋਂ ਗੱਲ ਕਰਦੇ ਆਉਂਦੇ ਹੁੰਦੇ, ਇਹਨਾਂ ਨੇ ਸਰਕਾਰਾਂ 'ਚ ਕੋਈ ਯਤਨ ਕੀਤੇ ਹੁੰਦੇ, ਇਹ ਸੈਂਟਰ 'ਚ ਇਹਨਾਂ ਨੇ ਵਜ਼ੀਰੀਆਂ ਮਾਣੀਆਂ ਉਦੋਂ ਕੋਈ ਯਤਨ ਕੀਤੇ ਹੁੰਦੇ, ਇਹਨਾਂ ਦੇ ਮੈਂਬਰ ਪਾਰਲੀਮੈਂਟ ਉੱਥੇ ਕਿਤੇ ਤਖਤੀਆਂ ਲੈ ਕੇ ਖੜੇ ਹੁੰਦੇ, ਇਹਨਾਂ ਨੇ ਕਦੇ ਮੈਮੋਰੈਂਡਮ ਦਿੱਤੇ ਹੁੰਦੇ, ਤਾਂ ਅੱਜ ਇਹਨਾਂ ਦੀ ਦਸਤਖਤੀ ਮੁਹਿੰਮ 'ਤੇ ਅਸੀਂ ਸਵਾਲ ਚੁੱਕਦੇ ਹੋਈਏ ਤਾਂ ਫਿਰ ਅਸੀਂ ਗੁਨਾਹਗਾਰ ਹਾਂ। ਫਿਰ ਅਸੀਂ ਵੀ ਉਹ ਗਿਣਤੀ ਚਾਹੁੰਦੇ ਕਿ ਇਹ ਸਿਰਫ ਇਹਨਾਂ ਦਾ ਕੰਮ ਹੀ ਇਹੀ ਆ ਵੀ ਇਹਨਾਂ ਨੇ ਹਰ ਗੱਲ 'ਚੋਂ ਨੁਕਸ ਕੱਢਣਾ ਹੁੰਦਾ। ਅਸੀਂ ਕਹਿੰਦੇ ਤੁਹਾਡਾ ਕੰਮ ਚੰਗਾ, ਪਰ ਆ ਪਿਛਲਾ ਹਿਸਾਬ ਕੌਣ ਦਊ? ਜਿਹੜੇ 10 ਸਾਲ ਚੁੱਪ ਕਰਕੇ ਕੱਢੇ ਨੇ ਉਹਦਾ ਦੋਸ਼ੀ ਕੌਣ?
ਜੇ ਸਾਰਾ ਅਕਾਲੀ ਦਲ ਦੋਸ਼ੀ ਨਹੀਂ ਤੇ ਫਿਰ ਦੋਸ਼ੀ ਕੌਣ ਆ? ਕਿਤੇ ਮੋਦੀ ਸਰਕਾਰ ਇਹ ਨਾ ਕਰੇ ਕਿ 2024 ਦੀਆਂ ਵੋਟਾਂ ਤੋਂ ਪਹਿਲਾਂ ਬੰਦੀ ਸਿੰਘ ਨੂੰ ਰਿਹਾ ਕੀਤਾ ਜਾਵੇ, ਕੋਈ ਐਦਾਂ ਦਾ ਪੇਚ ਕੀ ਮੈਂ ਪੁੱਛਦਾ ਕਿ ਉਹ ਅਕਾਲੀ ਉਦੋਂ ਕਿਹੜੀ ਖੁੱਡ ਦੇ ਵਿੱਚ ਸੀਗੇ ਜਦੋਂ ਅੰਬ ਸਾਹਿਬ ਦੇ ਵਿੱਚ ਗੁਰਬਖਸ਼ ਸਿੰਘ ਬੈਠਿਆ ਸੀ ਕਿ ਦਸਤਖਤ ਕਰਾਉਣੇ ਵਾਲੇ ਨੂੰ ਪੁੱਛਿਆ ਤੁਸੀਂ ਕਦੇ ਨੂੰ ਗਿਆ ਸੀ ਅੰਬ ਸਾਹਿਬ? ਕਰੋ ਇਹਨਾਂ ਨੂੰ ਇਹ ਪੁੱਛੋ ਵੀ ਜਦ ਕਹਿ ਭਾਈ ਤੁਹਾਡੀ ਇਹ ਬਹੁਤ ਵਧੀਆ ਗੱਲ ਆ, ਖਾਸ ਕਰਕੇ ਜਿਹੜਾ ਅਕਾਲੀ ਲੀਡਰ ਖੜਿਆ ਹੋਵੇ ਕਿ ਭਾਈ ਸਾਹਿਬ ਵੀ ਇੱਕ ਸਵਾਲ ਆ ਕਿ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਤੁਹਾਡਾ ਮੋਰਚਾ ਲੱਗਿਆ, ਗੁਰਬਖਸ਼ ਸਿੰਘ ਬੈਠ ਗਿਆ ਸੀਗਾ ਅੰਬ ਸਾਹਿਬ, ਵੀ ਉਦੋਂ ਤੁਸੀਂ ਗਏ ਸੀ ਉੱਥੇ? ਮੈਂ ਤਾਂ ਜਿਹੜਾ ਦਸਤਖਤ ਕਰਾਉਂਦੇ ਨੇ ਗੁਰਦੁਆਰਿਆਂ 'ਚ, ਮੈਂ ਤਾਂ ਇਹ ਬੇਨਤੀ ਕਰਦਾ ਵੀ ਕਦੇ ਇਹਨਾਂ ਨੂੰ ਵੀ ਪੁੱਛੋ ਵੀ ਗਏ ਸੀ ਉੱਥੇ? ਜਿਹੜੀਆਂ ਸ਼ਖਸੀਅਤਾਂ ਦਸਤਖਤ ਕਰਾ ਰਹੀਆਂ ਨੇ ਅੱਜ ਢੰਡੋਰੇ ਪਿੱਟ ਰਹੇ ਨੇ, ਕਦੇ ਇੱਥੇ ਕੋਈ ਆ ਕੇ ਜਨਰਲ ਸਕੱਤਰ ਪ੍ਰੈਸ ਕਾਨਫਰੰਸ ਕਰ ਰਿਹਾ ਤਾਂ ਉਹਨਾਂ ਨੂੰ ਪੁੱਛੋ ਵੀ ਮਹਾਰਾਜ ਜਦੋਂ ਗੁਰਬਖਸ਼ ਸਿੰਘ ਬੈਠਾ ਸੀ ਉੱਥੇ, ਅੰਬ ਸਾਹਿਬ ਬੈਠੇ ਸੀਗੇ, ਵੀ ਆਪਾਂ ਉਦੋਂ ਤਾਂ ਕੋਈ ਨਹੀਂ ਗਿਆ ਹੈਗਾ। ਸਤਿ ਸ਼੍ਰੀ ਅਕਾਲ ਜੀ, ਰੋਜ਼ਾਨਾ ਟਾਈਮਜ਼ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਮੈਂ ਤੁਹਾਡਾ ਤਰਨਦੀਪ ਸਿੰਘ। ਅੱਜ ਜਿਹੜੇ ਮੁੱਦੇ ਤੇ ਚਰਚਾ ਹੋਣੀ ਹੈ, ਪਹਿਲਾ ਮੁੱਦਾ ਤੁਹਾਨੂੰ ਦੱਸ ਦਈਏ, ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਜੋ ਮਾਫੀ ਦਿੱਤੀ ਗਈ ਆ ਉਸ ਬਾਬਤ ਚਰਚਾ ਹੋਵੇਗੀ। ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਬਾਬਾ ਜੀ ਜੁੜੇ ਹੋਏ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤਾਂ ਬਾਬਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਪਹਿਲਾਂ ਹੀ ਜਿਹੜਾ ਮੇਰਾ ਸਵਾਲ ਆ, ਸੁੱਚਾ ਸਿੰਘ ਲੰਗਾਹ ਬੀਤੇ ਦਿਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਉਹਨਾਂ ਨੂੰ ਮਾਫੀ ਦੇ ਦਿੱਤੀ ਆ, ਤਨਖਾਹੀਆ ਐਲਾਨ ਕਰ ਦਿੱਤਾ ਗਿਆ। ਦੇਖੋ ਤਨਖਾਹੀਆ ਤਾਂ ਖੈਰ ਕੀ, ਉਹਨੂੰ ਪਹਿਲਾਂ ਹੀ ਪੰਥ ਦੇ ਵਿੱਚੋਂ ਛੇਕਿਆ ਹੋਇਆ ਸੀਗਾ ਜੀ। ਮੈਂ ਨਿੱਜੀ ਤੌਰ ਤੇ ਇਹਦੇ ਸੰਬੰਧ ਦੇ ਵਿੱਚ ਭਾਵੇਂ ਵੱਖਰੀਆਂ ਰਾਇਆਂ ਨੇ ਜੀ। ਦੇਖੋ ਮੈਂ ਸੋਚਦਾ ਕਿ ਕਿਸੇ ਵੀ ਤਰ੍ਹਾਂ ਜਿਹੜਾ ਮਾਫੀ ਦਾ ਕਨਸੈਪਟ ਹੈ ਉਹਨੂੰ ਅਸੀਂ ਸਿੱਖ ਕੌਮ ਦੇ ਵਿੱਚੋਂ ਖਤਮ ਨਹੀਂ ਕਰ ਸਕਦੇ, ਤੇ ਇਹੀ ਇੱਕ ਇਸ ਧਰਮ ਦੀ ਵਿਲੱਖਣਤਾ ਕਿ ਇੱਥੇ ਵੱਡੇ ਤੋਂ ਵੱਡਾ ਵੀ ਧਾਰਮਿਕ ਜਾਂ ਕੌਮੀ ਗੁਨਾਹ ਹੋਇਆ ਤਾਂ ਉਹਦੀ ਮਾਫੀ ਮਿਲਦੀ ਆ। ਇਹ ਦਸਮ ਪਾਤਸ਼ਾਹ ਨੇ ਸਾਨੂੰ ਇੱਕ ਵਿਰਾਸਤ ਦਿੱਤੀ ਹੈ ਜੀ। ਸੋ ਅੱਜ ਅਸੀਂ ਜੇ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕਿਸੇ ਧੜੇ ਕਾਰਨ ਜਾਂ ਉਹਦੇ ਕਿਸੇ ਕਰਮ ਕਾਰਨ ਤੇ ਜਿਹੜਾ ਮਾਫੀ ਵਾਲਾ ਰਾਹ ਹੈ ਉਹਨੂੰ ਖਤਮ ਕਰਾਂਗੇ ਤਾਂ ਮੈਨੂੰ ਇਹ ਲੱਗਦਾ ਫਿਰ ਉਹ ਕੱਲ੍ਹ ਨੂੰ ਮੇਰੇ ਵਰਗੇ 'ਤੇ ਵੀ ਹੋ ਸਕਦੀ ਹੈ, ਕੱਲ੍ਹ ਨੂੰ ਤੁਹਾਡੇ ਵੀ ਹੋ ਸਕਦੀ ਹੈ, ਕਿਸੇ ਹੋਰ 'ਤੇ ਵੀ ਹੋ ਸਕਦੀ ਹੈ। ਫਿਰ ਉਹ ਰਾਹ ਬਣੂਗਾ ਤੇ ਉਹ ਰਾਹ ਜੇ ਸਦਾ ਲਈ ਬਣ ਗਿਆ ਫਿਰ ਇਹ ਨਹੀਂ ਹੋ ਸਕਦਾ। ਹਾਂ, ਮਾਫੀ ਦੇਣਾ ਜਿਹੜਾ ਹੈ ਇਹ ਕੋਈ ਸਵਾਲ ਨਹੀਂ ਹੈ, ਮਾਫੀ ਮਿਲਣੀ ਚਾਹੀਦੀ ਸੀ, ਪਰ ਇਹਦੇ ਪਿੱਛੇ ਵੱਡੇ ਸਵਾਲ ਨੇ, ਤੁਸੀਂ ਉਹ ਪੁੱਛੋ। ਮੈਂ ਉਹੀ ਕਹਿਣਾ ਚਾਹੁੰਦਾ, ਇੱਕ ਸਵਾਲ ਜਿਹੜਾ ਮੈਂ ਤੁਹਾਡੇ ਨਾਲ ਪਹਿਲਾਂ ਕਰਨਾ ਚਾਹੁੰਦਾ, ਵਿਰਸਾ ਸਿੰਘ ਬਲਟੋਹਾ ਉਹਨਾਂ ਦਾ ਬਿਆਨ ਆਇਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜੋ ਮਾਫੀਨਾਮਾ ਉਹਦਾ ਸਤਿਕਾਰ ਕਰਦਾ, ਪਰ ਜਿਹੜਾ ਉਹਨਾਂ ਨੇ ਇੱਕ ਬਿਆਨ ਵਿੱਚ ਦਿੱਤਾ ਵੀ ਉਹ ਕਹਿੰਦੇ ਵੀ ਧਾਰਮਿਕ ਤੌਰ 'ਤੇ ਔਰ ਸਮਾਜਿਕ ਤੌਰ 'ਤੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖ ਸਕਦਾ, ਰਾਜਨੀਤਿਕ ਤੌਰ 'ਤੇ ਚੋਣ ਲੜ ਸਕਦਾ, ਮੈਂ ਉਸ ਦਾ ਵਿਰੋਧ ਕਰਦਾ। ਇਹ ਤਾਂ ਚਲੋ ਖੈਰ ਮੈਂ ਕਿਸੇ ਬੰਦੇ ਦਾ ਉੱਤਰ ਦੇਣਾ ਨਹੀਂ ਮੈਨੂੰ ਕੋਈ ਵਾਜਬ ਸਮਝਦਾ, ਮੈਂ ਜਿਵੇਂ ਉਹਨੂੰ ਠੀਕ ਲੱਗਿਆ ਉਹਨਾਂ ਨੇ ਆਪਣੀ ਗੱਲ ਕੀਤੀ ਹੈ, ਅਸੀਂ ਆਪਣੀ ਗੱਲ ਕੀਤੀ ਆ। ਮੈਨੂੰ ਇਹਦੇ 'ਤੇ ਜਿਹੜੀਆਂ ਕੁਛ ਚੀਜ਼ਾਂ ਸਾਹਮਣੇ ਦਿਸ ਰਹੀਆਂ ਨੇ ਜੀ। ਨੰਬਰ 1 ਇਹ ਕਿ ਇਹ ਮਾਫੀ ਲਈ ਦਰਖਾਸਤ ਉਹਨੇ ਘੱਟੋ ਘੱਟ 5 ਸਾਲ ਪਹਿਲਾਂ ਦੀ ਦਿੱਤੀ ਹੋਈ ਹੈ, ਜਿੱਦਾਂ ਉਹ ਤੋਂ ਇਹ ਕੰਮ ਹੋਇਆ ਸੀ, ਜਿੱਦਾਂ ਉਹਨੂੰ ਛੇਕਿਆ ਸੀ ਜੀ। ਪਹਿਲੀ ਤਾਂ ਗੱਲ ਇਹ ਆ ਵੀ ਇੰਨੇ ਸਾਲ ਕਿਉਂ ਲੱਗੇ? ਕੀ ਗਿਆਨੀ ਜੀ ਜਿਹੜੇ ਉਹ ਬੀਤੇ ਸਾਲ ਸੀ ਕਿਸੇ ਸਰਕਾਰੀ ਮੰਤਰੀ ਕਹਿ ਲਓ ਜਾਂ ਕੋਈ ਸ਼ਕਤੀਸ਼ਾਲੀ ਲੀਡਰ ਕਹਿ ਲਓ ਜਿਹੜੀ ਪਹਿਲੀ ਸਰਕਾਰ ਰਹਿ ਕੇ ਗਈ ਆ, ਕਿ ਉਹਨਾਂ ਦੇ ਪ੍ਰਭਾਵ ਹੇਠ ਸੀ ਜਿਹਦੇ ਕਾਰਨ ਇੰਨਾ ਸਮਾਂ ਜਿਹੜਾ ਉਹ ਲੰਘਿਆ? ਤੇ ਇਹ ਸਾਰਾ ਕੁਝ ਜਦੋਂ ਉਹਨੇ ਦਰਖਾਸਤ ਦੇ ਦਿੱਤੀ ਉਦੋਂ ਕਿਉਂ ਨਹੀਂ ਹੋਇਆ? ਕਿਉਂਕਿ ਬੀਤੇ ਸਾਲ 'ਚ ਮੈਂ ਤੁਹਾਡੀ ਗੱਲ ਤਾਂ ਕੱਟ ਰਿਹਾ, ਬੀਤੇ ਸਾਲ 'ਚ 2 ਸਰਕਾਰਾਂ ਕਾਂਗਰਸ ਦੀਆਂ 2015 ਤੋਂ ਲੈ ਕੇ ਫਿਰ ਚੰਨੀ ਸਰਕਾਰ ਆਈ, ਕਿਤੇ ਨਾ ਕਿਤੇ ਤੁਸੀਂ ਉਹਨਾਂ ਸਰਕਾਰਾਂ 'ਤੇ ਉਂਗਲ ਨਹੀਂ ਖੜੀ ਕਰ ਰਹੇ? ਨਹੀਂ, ਮੈਂ ਉਂਗਲ ਨਹੀਂ ਖੜੀ ਕਰ ਰਿਹਾ, ਮੈਂ ਸਾਫ਼ ਕਹਿ ਰਿਹਾ ਇਹ ਗੱਲ ਕਿ ਉਹਨੇ ਜਦੋਂ ਦੀ ਉਹਦੀ ਦਰਖਾਸਤ ਸੀ ਉਹਨੂੰ ਮਾਫੀ ਉਦੋਂ ਕਿਉਂ ਨਹੀਂ ਮਿਲੀ ਇੰਨੇ ਸਾਲ? ਇਹਦਾ ਜਵਾਬ ਹੁਣ ਉੱਥੋਂ ਮਿਲ ਸਕਦਾ ਗਿਆਨੀ ਜੀ ਕੋਲ, ਇਹਦਾ ਜਵਾਬ ਮੇਰੇ ਕੋਲ ਨਹੀਂ ਹੈਗਾ। ਮੇਰਾ ਤਾਂ ਸਵਾਲ ਆ, ਤੁਸੀਂ ਗੱਲ ਮਾਫੀ ਦੀ ਕਰ ਰਹੇ ਹੋ, ਮੈਂ ਉਹ ਗੱਲ ਕਲੀਅਰ ਕਰ ਦਿੱਤੀ ਜਿਹੜਾ ਗੁਰਮਤ ਵਾਲਾ ਪੱਖ ਆ। ਮੈਂ ਹੁਣ ਇਹ ਤੋਂ ਜਿਹੜੇ ਹੋਰ ਗੱਲਾਂ ਨੇ ਮੈਂ ਉਹਦੇ ਵਾਲੇ ਪਾਸੇ ਜਾ ਰਿਹਾ। ਰਹਿਤ ਮਰਿਆਦਾ ਦੇ ਵਿੱਚ ਮਾਫੀਨਾਮਾ ਹੈ ਜੀ, ਠੀਕ ਹੈ। ਅੱਛਾ, ਪਹਿਲੀ ਤਾਂ ਗੱਲ ਇੰਨੇ ਸਾਲ ਕਿਉਂ ਲੱਗੇ?
ਹੁਣ ਇੱਕ ਚਰਚਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੋਂ ਪਹਿਲਾਂ ਹੋਈ, ਕਿਉਂਕਿ ਇੱਕ ਧੜਿਆਂ ਦੀ ਆਪਸ ਵਿੱਚ ਵੋਟਾਂ ਤੋਂ ਪਹਿਲਾਂ ਜਿਹੜੀ ਬੀਬੀ ਜਗੀਰ ਕੌਰ ਨੂੰ ਵੋਟਾਂ ਪਈਆਂ, ਮੇਰਾ ਸਵਾਲ ਤੁਹਾਨੂੰ ਕਿਉਂ ਉਦੋਂ ਇਹ ਜੋੜ ਤੋੜ ਦੇ ਵਿੱਚ ਇੱਕ ਗੱਲ ਸਾਡੇ ਕੰਨੀ ਪਈ ਗੁਰਦਾਸਪੁਰ ਚੋਂ ਜੀ ਕਿ ਸੁੱਚਾ ਸਿੰਘ ਦੇ ਨਾਲ ਸੰਬੰਧਿਤ ਕੁਝ ਮੈਂਬਰ ਨੇ ਜਿਹੜੇ ਜਾ ਕੇ ਅਕਾਲੀ ਲੀਡਰਾਂ ਨੂੰ ਮਿਲੇ ਨੇ। ਉਹਨਾਂ ਨੇ ਇਸ ਮੌਕੇ ਦੀ ਤਾੜ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਅਸੀਂ ਵੋਟ ਪਾ ਦਿਆਂਗੇ, ਪਹਿਲਾਂ ਇਹ ਜਿਹੜੀ ਹੈ ਲੰਗਾਹ ਨੂੰ ਮਾਫੀ ਮਿਲਣੀ ਚਾਹੀਦੀ ਹੈ। ਇਹ ਚਰਚਾ ਸੀ, ਪਰ ਉਹ ਹੁਣ ਐਨ ਵਕਤ 'ਤੇ ਜਦੋਂ ਚੋਣ ਲੰਘ ਗਈ, ਚੋਣ ਤੋਂ ਸਮਝ ਲਓ ਵੀ ਤੁਸੀਂ 15 ਕੁ ਦਿਨ ਬਾਅਦ ਉਹ ਮਾਫੀ ਮਿਲ ਗਈ, ਤਾਂ ਉਹ ਜਿਹੜੀ ਚਰਚਾ ਸੀ, ਕਿਉਂਕਿ ਜਿਹੜੀ ਪਹਿਲਾਂ ਚਰਚਾ ਹੁੰਦੀ ਹੈ ਨਾ, ਉਹ ਕਈ ਵਾਰੀ ਝੂਠੀ ਵੀ ਹੁੰਦੀ ਆ ਤੇ ਕਈ ਵਾਰੀ ਸੱਚੀ ਵੀ ਹੁੰਦੀ ਆ, ਪਰ ਜੇ ਉਹ ਚਰਚਾ ਤੁਸੀਂ ਪਹਿਲਾਂ ਸੁਣੀ ਹੋਵੇ ਤੇ ਲਗਭਗ ਉਹਦੇ ਅਨੁਸਾਰ ਫਿਰ ਅਮਲ ਦੇ ਵਿੱਚ ਆ ਜਾਵੇ, ਫਿਰ ਇਹ ਗੱਲ ਆਪਣੇ ਆਪ ਦੇ ਵਿੱਚ ਇਹ ਵਿਸ਼ਾ ਬਣ ਜਾਂਦਾ ਕਿ ਇਹ ਕੋਈ ਕਮਿਟਮੈਂਟ ਸੀ। ਔਰ ਇਸੇ ਮੈਂ ਤੁਹਾਡੇ ਸਵਾਲ 'ਚ ਔਰ ਜਿਹੜੇ ਕਮੈਂਟ ਆ ਰਹੇ ਨੇ, ਜਿਸ ਤਰ੍ਹਾਂ ਕਿ ਗਿਆਨੀ ਜੀ ਦਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੇਜ ਵੀ ਆ, ਜਾਂ ਅਕਾਲੀ ਦਲ ਤੇ ਸਵਾਲ ਖੜੇ ਕੀਤੇ ਕਿ ਅਕਾਲੀ ਦਲ ਦੇ ਜਾਂ ਅਕਾਲੀ ਦਲ ਦੇ ਥੱਲੇ ਰਹਿੰਦੇ ਆ ਇਹ ਉਹਨਾਂ ਨੂੰ ਮਾਫੀ ਦਿੱਤੀ ਗਈ ਹੈ। ਜਿਹੜੇ ਪੰਜਾਬ ਦੀ ਆਵਾਮ ਆ ਉਹਨਾਂ ਨੇ ਸਵਾਲ ਇਹ ਖੜਾ ਕੀਤਾ ਕਿ ਅਕਾਲੀ ਦਲ ਦੇ ਵੱਲੋਂ ਮਾਫੀ ਦਿੱਤੀ ਗਈ। ਹਾਲਾਂਕਿ ਬਿਰਸਾ ਸਿੰਘ ਬਲਟੋਹਾ ਨੇ ਇੱਕ ਬਹੁਤ ਬੜਾ ਪੱਤਰ ਲਿਖਿਆ ਵੀ ਸਾਡਾ ਕੋਈ ਲੈਣ ਦੇਣ ਨਹੀਂ, ਅਸੀਂ ਹੈ ਨਹੀਂ, ਮੈਂ ਨਿਖੇਧੀ ਕਰਦਾ, ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਅਕਾਲੀ ਦਲ ਨੇ ਉਹਨਾਂ ਨੇ ਮਾਫੀ ਦਿੱਤੀ ਹੈ। ਨਹੀਂ, ਦੇਖੋ ਬਿਰਸਾ ਸਿੰਘ ਬਲਟੋਹਾ ਦਾ ਬੋਲਣਾ ਵੀ ਸੰਕੇਤ ਦਿੰਦਾ, ਅਸੀਂ ਸਾਰੀਆਂ ਗੱਲਾਂ ਦੇ ਵਿੱਚ ਇਗਨੋਰ ਨਹੀਂ ਮਾਰ ਸਕਦੇ। ਮੈਂ ਹੁਣ ਇਹ ਮਾਫੀ ਤੇ 3 ਸਥਿਤੀਆਂ ਨੇ। ਇੱਕ ਤਾਂ ਪਹਿਲੀ ਸਥਿਤੀ ਕਿ ਪਹਿਲੇ ਇੰਨੇ ਸਾਲ ਕਿਉਂ ਨਹੀਂ ਮਿਲੀ, 5 ਸਾਲ ਜੀ, ਠੀਕ ਹੈ ਨਾ ਗੱਲ, 2017 ਤੋਂ ਲੈ ਕੇ ਹੁਣ ਤੱਕ। ਹਾਂ, ਇਹਦਾ ਮਤਲਬ ਜਿਹੜੀਆਂ ਉਹ ਸਰਕਾਰਾਂ ਰਹੀਆਂ ਤੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਗੱਲ ਸੀਗੀ ਵੀ ਜਿਨ੍ਹਾਂ ਦਾ ਪ੍ਰਭਾਵ ਇਹ ਰਿਹਾ, ਜਿਹਦੇ ਕਰਕੇ ਜਿਨ੍ਹਾਂ ਦੇ ਨਾਲ ਸੁੱਚਾ ਸਿੰਘ ਦੀ ਲੜਾਈ ਸੀ, ਜਾਂ ਇਹ ਕਹਿ ਲਓ ਗੱਲਾਂ। ਨੰਬਰ 2, ਬੀਬੀ ਜਗੀਰ ਕੌਰ ਦੀ ਚੋਣ ਵੇਲੇ ਜਿਹੜੀ ਸਾਨੂੰ ਚਰਚਾ ਛਿੜੀ, ਉਹ ਤਾਂ ਲੱਗ ਰਿਹਾ ਪ੍ਰਤੱਖ ਹੋ ਗਈ, ਪਰ ਹੁਣ ਬਿਰਸਾ ਸਿੰਘ ਬਲਟੋਹਾ ਦਾ ਬੋਲਣਾ ਵੀ ਕਿਤੇ ਨਾ ਕਿਤੇ ਸ਼ੱਕ ਖੜੀ ਕਰ ਰਿਹਾ ਹੈ ਕਿ ਕਿਤੇ ਅਕਾਲੀ ਦਲ ਤੋਂ ਬਿਨਾਂ ਕਿਸੇ ਹੋਰ ਪਾਸਿਓਂ ਤਾਂ ਨਹੀਂ ਮਿਲੀ। ਇਹ 3 ਤਰ੍ਹਾਂ ਦੀ ਇਹਦੇ 'ਤੇ ਹਜੇ ਜਿਹੜੇ ਚੰਗੇ ਬੁੱਧੀਮਾਨ ਬੰਦੇ ਨੇ ਜਾਂ ਜਿਹੜੇ ਵਿਵੇਕ ਬੁੱਧੀ ਨਾਲ ਸੋਚਦੇ ਨੇ, ਉਹ ਹਜੇ ਕਿਸੇ ਨਿਰਣੇ 'ਤੇ ਨਹੀਂ ਪਹੁੰਚ ਪਾ ਰਹੇ ਕਿ ਅਸਲ ਇਹ ਮਾਫੀ ਦੇਣ ਦਾ ਕਾਰਨ ਕੀ ਹੈ। ਦੇਖੋ, ਮੈਂ ਬਾਰ-ਬਾਰ ਕਹਿਣਾ, ਮਾਫੀ ਦੇਣੀ ਗਲਤ ਨਹੀਂ, ਮਾਫੀ ਹੋਣੀ ਚਾਹੀਦੀ ਆ। ਸੁੱਚੇ ਦੇ ਸਿਆਸੀ ਵਿਰੋਧੀ ਹੋਣਾ ਜਾਂ ਉਹਦੇ ਕੋਈ ਜਾਤੀ ਵਿਰੋਧੀ ਹੋਣਾ, ਇਹਦੇ ਕਾਰਨ ਅਸੀਂ ਕਹੀਏ ਵੀ ਇਹਨੂੰ ਮਾਫੀ ਨਹੀਂ ਮਿਲ ਸਕਦੀ, ਤਾਂ ਫਿਰ ਜਿਹੜਾ ਇਹ ਮਾਫੀ ਦਾ ਕਨਸੈਪਟ ਨਹੀਂ ਖਤਮ ਕੀਤਾ ਜਾ ਸਕਦਾ। ਫਿਰ ਉਹ ਗੁਨਾਹ ਕਿਸੇ ਹੋਰ ਤੇ ਵੀ ਹੋ ਸਕਦਾ, ਕਿਸੇ ਤੇ ਵੀ ਹੋ ਸਕਦਾ ਉਹ। ਬਿਲਕੁਲ, ਪਰ ਮੈਂ ਬਿਲਕੁਲ ਇਸੇ ਮੁੱਦੇ ਤੇ ਇੱਕ ਗੱਲ ਹੋਰ ਆ, ਜੋ ਅੱਜ ਕੱਲ੍ਹ ਦਾ ਸੋਸ਼ਲ ਮੀਡੀਆ ਉਹਦੇ ਤੇ ਕਿਹਾ ਗਿਆ ਕਿ ਸੁੱਚਾ ਸਿੰਘ ਲੰਗਾਹ ਤੇ ਬਲਾਤਕਾਰ ਦਾ ਇਲਜ਼ਾਮ ਆ, ਹੋਰ ਇਲਜ਼ਾਮ ਨੇ, ਔਰ ਜਿਹੜੀ ਇਹ ਮਾਫੀ ਆ, ਕਿਉਂਕਿ ਪੋਸਟਾਂ ਪੈ ਰਹੀਆਂ ਨੇ, ਅਜਿਹੀਆਂ ਪੋਸਟਾਂ ਜਾਂ ਅਜਿਹੇ ਸਵਾਲ ਬੁੱਧੀਜੀਵੀ ਵੀ ਕਰ ਰਹੇ ਨੇ ਵੀ ਗੁਰਮਤ ਦੇ ਅਨੁਸਾਰ ਇੰਨਾ ਸਿਰਫ ਚਲੋ ਜੋ ਵੀ ਆ ਲੋਕਾਂ ਦੇ, ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਉਹ ਕਹਿੰਦੇ ਵੀ ਮਾਫੀ ਨਹੀਂ ਦੇਣੀ ਚਾਹੀਦੀ ਸੀ। ਇਹ ਲੋਕਾਂ ਦਾ, ਕਿਉਂਕਿ ਕਿਤੇ ਨਾ ਕਿਤੇ ਜੇ ਆਪਾਂ ਸੰਗਤ ਦੀ ਗੱਲ ਕਰੀਏ, ਸੰਗਤ ਵੱਡੀ ਆਪਾਂ ਕਹਿ ਦਈਏ ਹੈ ਨਾ, ਸੰਗਤ ਵੀ ਬਰਾਬਰ ਆ, ਪਰ ਲੋਕਾਂ ਨੇ ਇਸ ਚੀਜ਼ ਦੀ ਨਿਖੇਧੀ ਕੀਤੀ ਹੈ। ਸਭ ਤੋਂ ਵੱਡਾ ਗੁਰੂ ਆ ਜੀ, ਠੀਕ ਹੈ ਨਾ ਗੱਲ, ਸੰਗਤ ਨੂੰ ਗੁਰੂ ਨੇ ਮਾਣ ਦਿੱਤਾ, ਗੁਰੂ ਵੱਡਾ, ਤੇ ਸਿਧਾਂਤ ਸਾਨੂੰ ਗੁਰੂ ਨੇ ਬਣਾ ਕੇ ਦਿੱਤੇ ਨੇ, ਸੰਗਤ ਉਹਨਾਂ ਸਿਧਾਂਤਾਂ 'ਤੇ ਚੱਲਦੀ ਆ। ਤੋ ਇਹਦੇ ਵਿੱਚ ਕੋਈ ਹੇਰ ਫੇਰ ਨਹੀਂ ਹੋ ਸਕਦਾ ਕਿ ਜਿਹੜੇ ਸਾਨੂੰ ਸਿਧਾਂਤ ਤੇ ਜਿਹੜੇ ਕਨਸੈਪਟ ਗੁਰੂ ਸਾਹਿਬ ਨੇ ਦਿੱਤੇ ਨੇ ਉਹਨਾਂ ਅਨੁਸਾਰ ਹੀ ਚੱਲਣਾ ਪੈਂਦਾ। ਬਿਲਕੁਲ। ਤੋ ਬਾਕੀ ਦੇਖੋ, ਮੈਂ ਇਸ ਵਿਸ਼ੇ 'ਤੇ ਬਹੁਤਾ ਜ਼ਿਆਦਾ ਹੁਣ ਤੁਹਾਡੇ ਨਾਲ ਗੱਲ ਕਰਨੀ ਨਹੀਂ ਚਾਹੁੰਦਾ। ਕਿਉਂਕਿ ਗੰਦਗੀ ਦੇ ਵਿੱਚ ਡੱਕੇ ਮਾਰੋਗੇ ਤਾਂ ਮੁਸ਼ਕ ਹੀ ਉੱਠਣਾ। ਤੋ ਮੈਂ ਦੂਸਰੀ ਗੱਲ, ਇਹ ਅੱਜ ਅਸੀਂ ਉਹਦੀ ਚਰਚਾ ਕਰੀ ਜਾਈਏ, ਕੱਲ੍ਹ ਨੂੰ ਔਗਣ ਤੁਹਾਤੋਂ ਵੀ ਹੋ ਜਾਵੇ, ਕੱਲ੍ਹ ਨੂੰ ਔਗਣ ਮੇਤੋਂ ਵੀ ਹੋ ਜਾਵੇ, ਕੱਲ੍ਹ ਨੂੰ ਸੁਣਨ ਵਾਲਿਆਂ ਤੋਂ ਵੀ ਹੋ ਜਾਵੇ। ਪਰਮਾਤਮਾ ਬੜਾ ਬੇਅੰਤ ਹੈ, ਇਸ ਕਰਕੇ ਕਿਸੇ ਦੇ ਔਗਣਾਂ ਦੀ ਬਹੁਤੀ ਚਰਚਾ, ਗੁਰੂ ਸਾਹਿਬ ਨੇ ਕੀਤੀ, ਸਾਂਝ ਕਰੀਜੈ ਗੁਣਹਿ ਕਰੀ, ਛੋੜ ਅਵਗੁਣ ਸਭ ਚੱਲੀਐ। ਮੈਂ ਇਸ ਵਿਸ਼ੇ 'ਤੇ ਨਹੀਂ ਜਾਣਾ ਚਾਹੁੰਦਾ, ਤੁਸੀਂ ਮੈਨੂੰ ਇੱਧਰ ਨੂੰ ਲਿਆ ਰਹੇ ਹੋ, ਪਰ ਜਿਹੜੇ ਵਿਸ਼ੇ 'ਤੇ ਮੈਂ ਜਾਣਾ ਚਾਹੁੰਦਾ ਉੱਧਰ ਨੂੰ ਤੁਸੀਂ ਨਹੀਂ ਜਾ ਰਹੇ। ਮੈਂ ਉਹਦੇ ਔਗਣ ਨੂੰ ਹੀ ਫੁੱਲਣਾ ਚਾਹੁੰਦਾ, ਇਹ ਨਾ ਮਰਜ਼ਾਦਾ ਨਾ ਫੁੱਲਣਾ ਚਾਹੀਦਾ। ਮੈਂ ਜਿਹੜੀ ਚਾਹੁੰਦਾ ਕਿ ਭਾਈ ਇਹ ਇੰਨੇ ਸਾਲ ਕਿਉਂ ਲੱਗੇ। ਮੈਂ ਤੁਹਾਨੂੰ 3 ਕਨਸੈਪਟ ਦਿੱਤੇ ਨੇ, ਤੁਸੀਂ ਮੀਡੀਆ ਵਾਲੇ ਹੋ, ਇਹਨਾਂ 'ਚੋਂ ਦੇਖੋ 3 'ਚੋਂ ਕਾਰਨ ਕੀ ਨੇ ਮਾਫੀ ਨਾ ਮਿਲਣ ਦੇ ਤੇ ਹੁਣ ਮਿਲਣ ਦੇ। ਬਿਲਕੁਲ, ਜੇ ਮਿਲਣੀ ਚਾਹੀਦੀ ਸੀ ਫਿਰ ਉਦੋਂ ਹੀ ਮਿਲਣੀ ਚਾਹੀਦੀ ਸੀ। ਜੇ ਮਾਫੀ ਦਾ ਉਹ ਹੱਕਦਾਰ ਅੱਜ ਬਣ ਗਿਆ
ਕਿ 5 ਸਾਲ ਉਹ ਕਿਉਂ ਨਾ ਬਣਿਆ। ਪਰ ਉੱਥੇ ਇਹਦੇ ਵਿੱਚ ਹੁਣ ਆਓ ਅਗਲੀ ਗੱਲ, ਜਿਹੜੀ ਸਿਧਾਂਤਕ ਤੌਰ ਤੇ ਜਿਹੜੀਆਂ ਦੇਖੋ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਗੱਲਾਂ ਲਿਖੀਆਂ ਨੇ, ਦੇਖੋ ਉਹਦੇ ਵਿੱਚ ਇਹ ਆ ਕਿ ਬੱਜਰ ਕਰਾਇਤ ਵਿੱਚ ਹੁੰਦਾ ਅੰਮ੍ਰਿਤਪਾਨ ਕਰਨਾ। ਸਾਨੂੰ ਦਸਮ ਪਾਤਸ਼ਾਹ ਨੇ ਇਹ ਕਨਸੈਪਟ ਦਿੱਤਾ, ਤੁਸੀਂ ਉਹਨੂੰ ਸਜ਼ਾ ਵੀ ਲਾਤੀ, ਸਾਰਾ ਕੁਝ ਕਰਤਾ, ਪਰ ਇਹ ਕਿੱਥੋਂ ਤੈਅ ਕੀਤਾ ਕਿ ਤੂੰ ਅੰਮ੍ਰਿਤ ਕਿੱਥੇ ਛਕੇਂਗਾ? ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ। ਅਕਾਲ ਤਖ਼ਤ ਤੇ ਕੌਮੀ ਸੰਦੇਸ਼ ਦਿੱਤਾ ਜਾ ਸਕਦਾ, ਪਰ ਉਸ ਵਕਤ ਜਥੇਦਾਰ ਅੰਮ੍ਰਿਤ ਥੋੜ੍ਹੀ ਛਕਾ ਸਕਦਾ। ਕਿ ਇਹ ਸਿਧਾਂਤਕ ਤੌਰ ਤੇ ਇਸ ਗੱਲ ਦੀ ਪੜਚੋਲ ਹੋਈ, ਨੰਬਰ 1। ਸੋ ਇਹ ਇਸ ਤਰ੍ਹਾਂ ਦੇ ਵਿਸ਼ੇ ਜਿਹੜੇ ਨੇ, ਮੇਰੀ ਗੱਲ ਇਹ ਆ ਕਿ ਪਹਿਲਾਂ ਕਿਉਂ ਨਹੀਂ ਹੋਈ, ਹੁਣ ਯਕਦਮ ਕਿਉਂ ਹੋਊਗੀ? ਇਹਦਾ ਜਿਹੜਾ ਆਪਣੇ ਆਪ ਦੇ ਵਿੱਚ ਕਾਰਨ, ਜਾਂ ਤਾਂ ਉਹ ਵੀ ਸੋਚਿਆ ਪਹਿਲਾਂ ਮੰਗਦਾ ਨਹੀਂ ਸੀਗਾ ਵੀ ਉਹਨੇ ਮਾਫੀ ਹੁਣ ਮੰਗੀ ਹੈ। ਨਹੀਂ 5 ਸਾਲ ਤੋਂ ਪਹਿਲਾਂ ਕਦੇ ਲਗਾਤਾਰ ਆ ਰਿਹਾ ਸੀਗਾ ਉਹਨਾਂ ਉਹ ਮੰਗ ਤਾਂ ਰਿਹਾ ਹੀ ਸੀ ਨਾ। ਤਾਂ ਇਸ ਲਈ ਇਹ ਕਾਰਨ ਕਿਉਂ, ਇੰਨੀ ਦੇਰੀ ਕਿਉਂ? ਕਿਤੇ ਨਾ ਕਿਤੇ ਇਹ ਵੀ ਸਵਾਲ ਬੜਾ ਖੜਾ ਕੀਤਾ ਜਾ ਰਿਹਾ। ਬਿਲਕੁਲ ਮੈਂ ਐਗਰੀ ਕਰਦਾ ਇਸ ਸਵਾਲ ਤੇ ਦੂਜਾ ਸਵਾਲ ਜੀ, ਆਪਾਂ ਚਲੋ ਮੁੱਦਾ ਸੁੱਚਾ ਸਿੰਘ ਲੰਗਾ ਦਾ ਜੋ ਵੀ ਆ, ਪਰ ਉੱਥੇ ਹੀ ਜਦੋਂ 19 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨਗੀ ਦੀ ਚੋਣ ਹੁੰਦੀ ਆ, ਬੀਬੀ ਜਗੀਰ ਕੌਰ ਬਾਗੀ ਹੋ ਜਾਂਦੇ ਨੇ, ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ ਸਮਰਥਨ ਦਿੰਦੇ ਨੇ, ਅਤੇ ਬਲਟੋਹਾ ਕਹਿ ਦਿੰਦੇ ਨੇ ਵੀ ਜੇ ਸ਼੍ਰੋਮਣੀ ਕਮੇਟੀ 40 ਮੈਂਬਰ ਜਾਂ 25 ਵੋਟਾਂ ਵੀ ਬੀਬੀ ਜਗੀਰ ਕੌਰ ਨੂੰ ਪਈਆਂ, ਅਸੀਂ ਪ੍ਰਧਾਨਗੀ ਤਾਂ ਉਹਦਾ ਛੱਡ ਦੇਣਗੇ ਸੁਖਬੀਰ ਬਾਦਲ। ਉੱਧਰ ਸੁਖਦੇਵ ਸਿੰਘ ਢੀਂਡਸਾ ਬਿਆਨ ਦਿੰਦੇ ਨੇ ਕਿ ਵੀ ਜੇ ਬੀਬੀ ਨੂੰ ਅਸੀਂ 25 ਤੋਂ ਵੱਧ ਵੋਟਾਂ ਲਵਾਂਗੇ, ਮੈਂ ਆਪਦੀ ਰਾਜਨੀਤਿਕ ਖੇਤਰ ਛੱਡ ਦੇਵਾਂਗਾ। ਉਹਨਾਂ ਨੇ ਬਿਆਨਬਾਜ਼ੀ ਦਿੱਤੀ। ਔਰ ਹਾਲਾਂਕਿ ਸ਼੍ਰੋਮਣੀ ਕਮੇਟੀ ਜਿਹੜਾ ਇਹ ਚੋਣ ਹੋਈ ਨੂੰ 19 ਨਵੰਬਰ ਨੂੰ, ਉਹਦੇ ਵਿੱਚ 42 ਵੋਟਾਂ ਮਿਲੀਆਂ ਬੀਬੀ ਜਗੀਰ ਕੌਰ ਨੂੰ। ਉਹ ਦੇਖੋ, ਇਹ ਲੋਕ ਤੇ ਗੁਰੂ ਘਰਾਂ ਦੇ ਵਿੱਚ ਸੌਂਹਾਂ ਖਾ ਕੇ ਮੁੱਕਰਨ ਵਾਲੇ ਨੇ ਜੀ, ਠੀਕ ਹੈ ਨਾ ਗੱਲ। ਤੋ ਇਸ ਲਈ ਜਿਹੜਾ ਲੀਡਰਾਂ ਦਾ ਕਹਿਣਾ ਹੁੰਦਾ ਨਾ, ਉਹ ਕੋਈ ਬਹੁਤਾ ਸਦੀਵੀ ਸੱਚ ਨਹੀਂ ਹੁੰਦਾ। ਇਹ ਅਕਸਰ ਹੀ ਆਪਾਂ ਮਤਲਬ ਜਿਹੜੀ ਦੇਖਿਆ। ਤੋ ਕਿਤੇ ਨਾ ਕਿਤੇ ਦੇਖੋ, ਮੈਨੂੰ ਹੋ ਸਕਦਾ ਉਹਦੀ ਆਪਣਾ ਉਹਨੇ ਗੱਲ ਕਿਹੜੇ ਸੰਦਰਭ ਦੇ ਵਿੱਚ ਕਹੀ ਮੈਂ ਨਹੀਂ ਸੁਣੀ ਹੈਗੀ, ਪਰ ਜੇ ਉਹਨੂੰ ਕਹੀ ਸੀ ਫਿਰ ਉਹਨੂੰ ਅਮਲ ਕਰਨਾ ਚਾਹੀਦਾ ਸੀ, ਨਹੀਂ ਕਹਿਣੀ ਨਹੀਂ ਚਾਹੀਦੀ। ਕਿਉਂਕਿ ਸਿੱਖਾਂ ਦੇ ਵਿੱਚ ਤੁਸੀਂ ਅਗਰ ਕਹਿੰਦੇ ਹੋ ਕਿ ਅਸੀਂ ਪੰਥਕ ਲੀਡਰ ਹਾਂ, ਤਾਂ ਅਸੀਂ ਉਹੀ ਕੁਛ ਬੋਲਦੇ ਹਾਂ, ਜਿਹੜਾ ਕੁਛ ਅਸੀਂ ਬੜੇ ਪੂਰੇ ਸੂਰੇ ਹਾਂ, ਤਾਂ ਫਿਰ ਉਹ ਗੱਲ ਉਹ ਕਰੋ ਜਿਹੜੀ ਤੇ ਨਿਭ ਸਕਦੇ ਹੋ, ਜਾਂ ਫੜਾ ਨਾ ਮਾਰੋ, ਦਾਅਵੇ ਠੋਕ ਕੇ ਕਹਤੇ, ਠੀਕ ਹੈ ਨਾ ਗੱਲ। ਤਾਂ ਇਸ ਕਰਕੇ ਇਹ ਜਿਹੜਾ ਇਸ ਤਰ੍ਹਾਂ ਦਾ ਬਿਨਾਂ ਪਾਣੀ ਤੋਂ ਜਿਹੜੇ ਮੌਜੇ ਖੋਲ੍ਹ ਕੇ ਇਸ ਤਰ੍ਹਾਂ ਦੀ ਗੱਲ ਕਰਨੀ, ਉਹਦੇ ਵਿੱਚ ਫਿਰ ਆਹੀ ਕੁਛ ਹੁੰਦਾ। ਹੁਣ ਸਪਾਈਆਂ ਦਿੰਦੇ ਫਿਰਦੇ ਨੇ, ਅਸੀਂ ਐਂ ਨਹੀਂ ਸੀ ਕਿਹਾ, ਅਸੀਂ ਜਿਉਂ ਕਿਹਾ ਸੀਗਾ। ਉਹਦਾ ਫਾਇਦਾ ਕੀ ਹੈ? ਜਿਹੜਾ ਗੱਲ ਬਾਅਦ ਦੇ ਵਿੱਚ ਫਿਰ ਤੁਹਾਨੂੰ ਉਹਦੀ ਆਪਣੀ ਕਰੀ ਗੱਲ ਨੂੰ ਢਕਣਾ ਪੈ ਜਾਵੇ ਜਾਂ ਉਹ ਤੋਂ ਮੁੜਨਾ ਪੈ ਜਾਵੇ। ਔਰ ਜਿੱਦਾਂ ਕਿ ਅੱਜ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਸਤਕ ਮੁਹਿੰਮ ਚਲਾਈ ਜਾ ਰਹੀ ਆ, ਜਿਹਦੇ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਲੈ ਕੇ ਔਰ ਫਤਿਹਗੜ੍ਹ ਸਾਹਿਬ ਵੀ ਆ। ਕਈ ਸਾਲਾਂ ਤੋਂ ਬੰਦੀ ਸਿੰਘ ਦਾ ਤੁਸੀਂ ਜਾਣਦੇ ਹੀ ਹੋ। ਹਾਲਾਂਕਿ ਇਹ ਪੱਤਰ ਵੀ ਲਿਖੇ ਗਏ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੇਂਦਰ ਸਰਕਾਰ ਨੂੰ, ਪਰ ਕਿਤੇ ਨਾ ਕਿਤੇ ਰਾਜ ਸਰਕਾਰਾਂ 'ਤੇ ਆ ਕੇ ਜਿਹੜਾ ਕੇਂਦਰ ਸਰਕਾਰ ਆ ਜਾਂ ਰਾਜ ਸਰਕਾਰਾਂ 'ਤੇ ਕਹਿ ਦਿੰਦੇ ਨੇ ਕਿ ਰਾਜ ਸਰਕਾਰਾਂ ਰੋਕ ਰਹੀਆਂ ਨੇ। ਦੇਖੋ, ਪਹਿਲੀ ਤਾਂ ਗੱਲ ਇਹ ਆ ਕਿ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਨੇ, ਬਹੁਤ ਸਵਾਗਤਯੋਗ ਆ ਜੀ, ਅਤੇ ਇਸ ਮੁਹਿੰਮ ਨੂੰ ਬੂਰ ਪੈਂਦਾ ਤਾਂ ਉਦੋਂ ਵੀ ਸਵਾਗਤਯੋਗ ਆ। ਪਰ ਇਹਦੇ ਨਾਲ ਇੱਕ ਸਵਾਲ ਖੜੇ ਹੁੰਦੇ ਨੇ ਕਿ 10 ਸਾਲ ਅਕਾਲੀ ਦਲ ਨੇ ਇੱਥੇ ਰਾਜ ਕੀਤਾ ਅਤੇ ਸਾਈਨ ਕਰਾਉਣੇ ਵਾਲੇ ਵੀ ਉਹੀ ਨੇ, ਜਿਹੜੇ ਦਸਤਖਤ ਕਰਾਉਣੇ ਨੇ। ਕਹਿਣ ਨੂੰ ਸ਼੍ਰੋਮਣੀ ਕਮੇਟੀ ਹੈ, ਇਹ ਤਾਂ ਪ੍ਰਪੰਚ ਇਹ ਸਾਰਾ ਅਕਾਲੀਆਂ ਦਾ ਹੀ ਹੈ, ਉਹਨਾਂ ਦੀ ਲੀਡਰ, ਉਹਨਾਂ ਦੀ ਦਸਤਖਤ ਕਰਾਉਣੇ ਵਾਲੇ ਬੰਦੇ। ਪਹਿਲੀ ਤਾਂ ਗੱਲ ਸਵਾਲ ਇਹ ਬਣਦਾ ਅਤੇ ਵੀ ਇਹਨਾਂ ਨੂੰ ਇਹ ਪੁੱਛੋ ਕਿ 10 ਸਾਲ ਜਿਹੜੀ ਹੈ ਸੁੱਤੇ ਕਿਉਂ ਰਹੇ? ਇਹ ਜਦ ਹੁਣ ਕਹਿੰਦੇ ਨੇ ਵੀ 30 ਸਾਲ ਹੋ ਗਏ ਉਹਨਾਂ ਨੂੰ, 30 ਸਾਲ ਆ 4 ਮਹੀਨੇ 'ਚ ਹੋ ਗਏ, ਮਾਰਚ ਤੋਂ ਬਾਅਦ ਜਦੇ ਮੁੱਦੇ ਮੂੰਹ ਸਿੱਟੇ ਨੇ। 33 ਸਾਲ ਕਈ ਸਿੰਘਾਂ ਨੂੰ ਹੋ ਚੁੱਕੇ ਨੇ ਜੀ। ਮਤਲਬ ਇਹ ਜਿਹੜੇ ਸਾਲ ਹੋਏ ਨੇ ਇਹ ਹੁਣੀ ਹੋਏ ਨੇ, ਜਾਂ ਇਹਦੀ ਯਾਦ ਜਲਾਲਾਬਾਦ ਦੇ ਸਿੱਖਾਂ ਨੇ ਅਤੇ ਜਾਂ ਲੰਬੀ ਦੇ ਸਿੱਖਾਂ ਨੇ ਯਾਦ ਕਰਾਈ ਹੈ ਇਹ। ਤਾਂ ਕਹਿਣ ਦਾ ਮਤਲਬ ਇਹ ਆ, ਅੱਜ ਇਹ ਭਾਜਪਾ ਨਾਲ ਇਹਨਾਂ ਦੀ ਕੋਈ ਸਾਂਝ ਪੈ ਜਾਵੇ ਨਾ, ਤਾਂ ਮੈਂ ਤੁਹਾਨੂੰ ਆਹ ਗੁਰੂ ਘਰ ਬੈਠਾ ਤੇ ਲਿਖ ਕੇ ਦੇ ਸਕਦਾ ਵੀ ਜੇ ਇਹ ਮੁੱਦਾ ਨਾ ਆਪਣੇ ਝੋਲੇ 'ਚ ਪਾ ਕੇ ਘਰ ਨੂੰ ਚਲੇ ਜਾਣ। ਇਹ ਸਿਰਫ ਦੇਖੋ, ਹਾਂ, ਇਹ ਸ਼ੁਰੂ ਤੋਂ ਗੱਲ ਕਰਦੇ ਆਉਂਦੇ ਹੁੰਦੇ, ਇਹਨਾਂ ਨੇ ਸਰਕਾਰਾਂ 'ਚ ਕੋਈ ਯਤਨ ਕੀਤੇ ਹੁੰਦੇ, ਇਹ ਸੈਂਟਰ 'ਚ ਇਹਨਾਂ ਨੇ ਵਜ਼ੀਰੀਆਂ ਮਾਣੀਆਂ, ਉਦੋਂ ਕੋਈ ਯਤਨ ਕੀਤੇ ਹੁੰਦੇ, ਇਹਨਾਂ ਦੇ ਮੈਂਬਰ ਪਾਰਲੀਮੈਂਟ ਉੱਥੇ ਕਦੇ ਤਖਤੀਆਂ ਲੈ ਕੇ ਖੜ੍ਹੇ ਹੁੰਦੇ, ਇਹਨਾਂ ਨੇ ਕਦੇ ਮੈਮੋਰੈਂਡਮ ਦਿੱਤੇ ਹੁੰਦੇ, ਤਾਂ ਅੱਜ ਇਹਨਾਂ ਦੀ ਦਸਤਖਤੀ ਮੁਹਿੰਮ 'ਤੇ ਅਸੀਂ ਸਵਾਲ ਚੁੱਕਦੇ ਹੋਈਏ ਤਾਂ ਫਿਰ ਅਸੀਂ ਗੁਨਾਹਗਾਰ ਹਾਂ। ਫਿਰ ਅਸੀਂ ਵੀ ਉਹ ਗਿਣਤੀ ਚਾਹੁੰਦੇ ਕਿ ਇਹ ਸਿਰਫ ਇਹਨਾਂ ਦਾ ਕਮੀ ਇਹੀ ਆ ਵੀ ਇਹਨਾਂ ਨੇ ਹਰ ਗੱਲ 'ਚ ਨੁਕਸ ਕੱਢਣਾ ਹੁੰਦਾ। ਅਸੀਂ ਕਹਿੰਦੇ ਤੁਹਾਡਾ ਕੰਮ ਚੰਗਾ, ਪਰ ਆ ਪਿਛਲਾ ਹਿਸਾਬ ਕੌਣ ਦਊ? ਜਿਹੜੇ 10 ਸਾਲ ਚੁੱਪ ਕਰਕੇ ਕੱਢੇ ਨੇ, ਉਹਦਾ ਦੋਸ਼ੀ ਕੌਣ?
ਉੱਥੇ ਵੀ ਸਵਾਲ ਜੇ ਸਾਰਾ ਅਕਾਲੀ ਦਲ ਦੋਸ਼ੀ ਨਹੀਂ ਤੇ ਫਿਰ ਦੋਸ਼ੀ ਕੌਣ ਆ? ਤਾਂ ਹੀ ਅੱਜ ਕਹਿ ਦਈਏ ਜੇ ਚਲੋ ਆਪਾਂ ਗੱਲ ਕਰਾਂ ਅਕਾਲੀ ਦਲ ਅੱਜ ਜਿਹੜੀ ਪਾਰਟੀ ਆ ਤੁਸੀਂ ਜਾਣਦੇ ਹੋ ਅਕਾਲੀ ਦਲ ਦਾ ਅੱਜ ਨਵੀਂ ਕੋਰ ਕਮੇਟੀ ਦੀ ਕੱਲ ਮੀਟਿੰਗ ਕੀਤੀ ਗਈ ਆ ਨਵੇਂ ਮੈਂਬਰ ਬਣਾਏ ਗਏ ਸੋ ਤਖਤੀਆਂ ਤੋਂ ਗੱਲ ਆ ਚੁੱਕੀ ਆ ਕਿਤੇ ਨਾ ਕਿਤੇ ਤੁਸੀਂ ਗੱਠਜੋੜ ਦੀ ਵੀ ਗੱਲ ਕੀਤੀ ਅਕਾਲੀ ਦਲ ਤੇ ਭਾਜਪਾ ਦੀ ਪਰ 2024 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਆ ਰਹੀਆਂ ਨੇ ਕਿਤੇ ਕਿਸਾਨੀ ਅੰਦੋਲਨ ਦੇ ਦੌਰਾਨ ਜਦੋਂ ਟਾਈਮ ਤੇ ਵਿਧਾਨ ਸਭਾ ਦੀਆਂ ਵੋਟਾਂ ਆਈਆਂ ਮਾਰਚ ਦੇ ਵਿੱਚ ਉਹ ਤੋਂ ਪਹਿਲਾਂ ਬਿੱਲ ਮਾਫ ਕਰ ਲਏ ਕਿਤੇ ਮੋਦੀ ਸਰਕਾਰ ਇਹ ਨਾ ਕਰੇ ਕਿ 2024 ਦੀਆਂ ਵੋਟਾਂ ਤੋਂ ਪਹਿਲਾਂ ਬੰਦੀ ਸਿੰਘ ਨੂੰ ਰਿਹਾ ਕੀਤਾ ਜਾਵੇ ਕੋਈ ਐਦਾਂ ਦਾ ਪੇਚ ਖੇਲੇ। ਚਲੋ ਸਰਕਾਰਾਂ ਨੇ ਆਪਣੇ ਖੇਲਣੀ ਹੁੰਦੇ ਨੇ ਜਦ ਹੁਣ ਅਕਾਲੀ ਖੇਡਦੇ ਨੇ ਤੇ ਉਹ ਖੇਡ ਲੈਣਗੇ ਫਿਰ ਇਹ 'ਚ ਕੀ ਗੱਲ ਹੈ ਇਹ ਖੇਡਣ ਵਾਸਤੇ ਕਿਤੇ ਇਹਨਾਂ ਨੂੰ ਇਹ ਗਰਾਊਂਡ ਮਿਲਿਆ ਹੈ ਜਾਂ ਇਹ ਤਾਂ ਹਰ ਕੋਈ ਬੰਦਾ ਹੁਣ ਇਹ ਵੀ ਤਾਂ ਇਹੀ ਕੁਛ ਕਰਦੇ ਨੇ ਜਦੋਂ ਇਹਨਾਂ ਦੇ ਕੋਲ ਕਰਨ ਦਾ ਵੇਲਾ ਸੀ ਉਦੋਂ ਇਹ ਚੁੱਪ ਰਹੇ ਉਦੋਂ ਤਾਂ ਇਹਨਾਂ ਨੇ ਉੱਥੇ ਗੁਰਬਖਸ਼ ਸਿੰਘ ਬਹਿ ਗਿਆ ਸੀ ਭਾਈ ਗੁਰਬਖਸ਼ ਸਿੰਘ ਜਿਹੜਾ ਚੜ੍ਹਾਈ ਕਰ ਗਿਆ ਬੰਦੀ ਸਿੱਖਾਂ ਦੇ ਰਿਹਾਈ ਲਈ 2013-14 ਚ ਮੋਰਚਾ ਲਾ ਕੇ ਤੇ ਉਹਨੂੰ ਤਾਂ ਇਹ ਗ੍ਰਿਫਤਾਰ ਕਰਿਆ ਚੱਕਣ ਤੱਕ ਗਏ ਉੱਥੇ ਜਿਹੜੇ ਬੰਦੇ ਜਾਂਦੇ ਸੀ ਉਹਨਾਂ ਦੀ ਸ਼ਨਾਖਤ ਕਰਦੇ ਸੀ ਉਹਨਾਂ ਨੂੰ ਰੋਕਦੇ ਸੀਗੇ ਇਤਰਾਜ਼ ਕਰਦੇ ਸੀ ਉਦੋਂ ਅਸੀਂ ਕਿਉਂਕਿ ਬਾਦਲਦਾਨ ਨਾਲ ਸਾਡਾ ਅਲਾਇੰਸ ਸੀ ਸੰਤ ਸਮਾਜ ਦਾ ਤਾਂ ਮੈਂ ਗਿਆ ਸਾਰੀ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਮੈਂ ਤਾਂ ਇਹ ਗੁਰੂ ਸਾਹਿਬ ਦੀ ਇਹ ਕਹਿਣਾ ਕਿ ਬਖਸ਼ਿਸ਼ ਹੈ ਸਾਨੂੰ ਮਾਣ ਦਿੱਤਾ ਪਰ ਕੋਈ ਇਹਨਾਂ ਦੇ ਕੋਈ ਸ਼੍ਰੋਮਣੀ ਕਮੇਟੀ ਦੇ 150 ਮੈਂਬਰਾਂ ਦੇ ਵਿੱਚੋਂ ਇਹਨਾਂ ਨੂੰ ਪੁੱਛੋ ਕੋਈ ਹੱਥ ਖੜਾ ਕਰਕੇ ਕਹੇ ਵੀ ਜਿਹੜਾ ਗਿਆ ਹੋਵੇ ਉੱਥੇ। ਅੱਛਾ ਤੁਸੀਂ ਇਕੱਲੇ ਗਏ ਸੀ? ਕੱਲ ਪੂਰੀ ਸ਼੍ਰੋਮਣੀ ਕਮੇਟੀ 'ਚੋਂ ਚੁਣਿਆ ਮੈਂਬਰ ਮੈਂ ਸੀ ਬਾਕੀ ਬਾਦਲ ਤੇ ਡਰਦੇ ਕੋਈ ਨਿਕਲਦੇ ਨਹੀਂ ਸੀ। ਅੱਛਾ ਜੀ ਬਾਕੀ ਬਾਦਲ ਤੇ ਡਰਦਾ ਕੋਈ ਨਿਕਲਦਾ ਨਹੀਂ ਸੀ। ਹਾਂ ਫਿਰ ਗਿਆ ਜਿਹੜਾ ਹੁਣ ਜਨਰਲ ਸਕੱਤਰ ਬਣੇ ਨੇ ਗਿਆਨੀ ਆਹ ਗਰੇਵਾਲ ਇਹ ਵੀ ਉਦੋਂ ਗਏ ਜਦੋਂ ਫਿਰ ਲੱਗਿਆ ਵੀ ਹੁਣ ਪਰੋਲ ਮਿਲਣ ਵਾਲੀ ਹੈ ਮਾਹੌਲ ਜਣੀ ਥੋੜ੍ਹਾ ਜਿਹਾ ਠੀਕ ਹੋ ਗਿਆ ਜਦੋਂ ਇਹ ਲੱਗ ਗਿਆ ਪ੍ਰੈਸ਼ਰ ਇੰਨਾ ਬਿਲਡ ਹੋ ਗਿਆ ਕਿ ਫਿਰ ਭਾਈ ਗੁਰਮੀਤ ਨੂੰ ਭਾਈ ਲਾਲ ਸਿੰਘ ਨੂੰ ਤੇ ਉਕਸੀ ਵਾਲੇ ਸਿੰਘ ਨੇ ਭਾਈ ਸ਼ਮਸ਼ੇਰ ਸਿੰਘ ਨੂੰ ਮਤਲਬ ਵੀ ਇਹਨਾਂ ਦੀਆਂ ਪਰੋਲਾਂ ਲਗਭਗ ਹੋ ਗਈਆਂ ਕਿ 2 ਦਿਨ ਨੂੰ ਇਹਨਾਂ ਨੂੰ ਪਰੋਲ ਮਿਲ ਜਾਣੀ ਹੁਣ ਛੱਡਣਗੇ ਉਦੋਂ ਫਿਰ ਇਹ ਫਿਰ ਵੀ ਇਕੱਲਾ ਇਹੀ ਗਿਆ ਪ੍ਰੋਫੈਸਰ ਗੁਰਚਰਨ ਸਿੰਘ ਗਰੇਵਾਲ ਤੇ ਮੈਨੂੰ ਪਤਾ ਉੱਥੇ ਵਿਚਾਰਾ ਕਿਉਂਕਿ ਸਾਰੀਆਂ ਪੰਥਕ ਜਥੇਬੰਦੀਆਂ ਸੀ ਫਿਰ ਵੀ ਇਹ ਕਿਉਂਕਿ ਡਰਦੇ ਜਾਂਦੇ ਸੀ ਵੀ ਕਿਤੇ ਸਾਡੀ ਨਾਅਰੇਬਾਜ਼ੀ ਨਾ ਕਰ ਦੇਣ ਫਿਰ ਵੀ ਉੱਥੇ ਇਹਨਾਂ ਨੇ ਮੇਰੇ ਦਫ਼ਤਰ ਦੇ ਵਿੱਚ ਉੱਥੇ ਮਿਲੇ ਮੇਰੇ ਨਾਲ ਮਿਲੇ ਆ ਮੈਨੇਜਰ ਸੀਗੇ ਅਮਰਜੀਤ ਸਿੰਘ ਹੋਣੀ ਤੋ ਕਹਿਣ ਦਾ ਮਤਲਬ ਵੀ ਚਲੋ ਇਹਨਾਂ ਨੂੰ ਇਹ ਸੀ ਮੈਂ ਇੱਥੇ ਦੇਰ ਦਾ ਇਹਨਾਂ ਦੇ ਵਿੱਚ ਆਉਂਦਾ ਜਾਂਦਾ ਅਸੀਂ ਤਾਂ ਪੂਰੇ ਮੂਹਰੇ ਉਹਨਾਂ ਦੇ ਨਾਲ ਹੋ ਗਏ ਸੀਗੇ ਨਾਲ ਤੁਰੇ ਸੀ ਕਹਿਣ ਦਾ ਮਤਲਬ ਪਹਿਲਾਂ ਇਹਨਾਂ ਨੇ ਦਿੱਲੀ ਕਮੇਟੀ ਭੇਜੀ ਦਿੱਲੀ ਕਮੇਟੀ ਵਿੱਚ ਅਵਤਾਰ ਸਿੰਘ ਹਿੱਤਾ ਕੇ ਉਹ ਗਿੱਟ ਮਿਟ ਕਰਕੇ ਗਿਆ ਗੁਰਬਖਸ਼ ਸਿੰਘ ਨਾਲ ਪਰ ਜਦੋਂ ਰਾਹ ਮੁਕਲਾ ਜਾਊਗਾ ਫਿਰ ਵੀ ਨਹੀਂ ਕੋਈ ਆਇਆ ਫਿਰ ਵੀ ਮਤਲਬ ਇਹਨਾਂ ਨੂੰ ਇਹ ਭੇਜਿਆ ਸੀ ਇਹਨਾਂ ਨੇ 2-4 ਇਹਨਾਂ ਨਾਲ ਆਪਣੇ ਸਿੰਘ ਸੀਗੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਬੰਦੇ ਉਦੋਂ ਕਿਉਂ ਨਹੀਂ ਸੀ ਉਦੋਂ ਕਿਸੇ ਨੂੰ ਕਿਉਂ ਨਹੀਂ ਸੀ ਜਾਣ ਦਿੰਦੇ ਉਦੋਂ ਅਕਾਲੀ ਕਿਹੜੀ ਖੁੱਡ 'ਚ ਬੜੇ ਸੀ ਪੂਰੇ ਪੰਜਾਬ ਦੇ ਜਿਹੜੇ ਹੁਣ ਦਸਤਖਤ ਕਰਾਉਂਦੇ ਫਿਰਦੇ ਨੇ ਮੈਂ ਪੁੱਛਦਾ ਕਿ ਉਹ ਅਕਾਲੀ ਉਦੋਂ ਕਿਹੜੀ ਖੁੱਡ ਦੇ ਵਿੱਚ ਸੀਗੇ ਜਦੋਂ ਅੰਬ ਸਾਹਿਬ ਦੇ ਵਿੱਚ ਗੁਰਬਖਸ਼ ਸਿੰਘ ਬੈਠਿਆ ਸੀ ਕਿ ਦਸਤਖਤ ਕਰਾਉਣੇ ਵਾਲੇ ਨੂੰ ਪੁੱਛਿਆ ਤੁਸੀਂ ਕਦੇ ਨੂੰ ਗਿਆ ਸੀ ਅੰਬ ਸਾਹਿਬ ਤੁਸੀਂ ਮੈਂ ਹੈਰਾਨ ਹਾਂ ਮੀਡੀਆ ਵਾਲੇ ਵੀ ਜਾਂ ਤਾਂ ਤੁਸੀਂ ਸਟੱਡੀ ਕਰਕੇ ਜਾਇਆ ਕਰੋ ਇਹਨਾਂ ਨੂੰ ਇਹ ਪੁੱਛੋ ਵੀ ਜਦ ਕਹਿ ਭਾਈ ਤੁਹਾਡੀ ਇਹ ਬਹੁਤ ਵਧੀਆ ਗੱਲ ਆ ਖਾਸ ਕਰਕੇ ਜਿਹੜਾ ਅਕਾਲੀ ਲੀਡਰ ਖੜਿਆ ਹੋਵੇ ਕਿ ਭਾਈ ਸਾਹਿਬ ਵੀ ਇੱਕ ਸਵਾਲ ਆ ਕਿ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਤੁਹਾਡਾ ਮੋਰਚਾ ਲੱਗਿਆ ਗੁਰਬਖਸ਼ ਸਿੰਘ ਬੈਠ ਗਿਆ ਸੀਗਾ ਅੰਬ ਸਾਹਿਬ ਵੀ ਉਦੋਂ ਤੁਸੀਂ ਗਏ ਸੀ ਉੱਥੇ ਇਹ ਭੱਜ ਜਾਂਦੇ ਨੇ ਜਵਾਬਾਂ ਤੋਂ ਜਦੋਂ ਇਹਦੇ ਜਵਾਬ ਖੜੇ ਹੁੰਦੇ ਨੇ ਕਿਉਂਕਿ ਜਦੋਂ ਇਹੀ ਜਵਾਬ ਜਦੋਂ ਤਖਤੀਆਂ ਲੈ ਕੇ ਖੜੇ ਸੀਗੇ ਲੋਕ ਸਭਾ ਦੇ ਵਿੱਚ ਦਿੱਲੀ 'ਚ ਸਿਮਰ ਬਾਦਲ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੋਨੇ ਜਾਣੇ ਖੜੇ ਤੇ ਉਹ ਤੇ ਕਿਸੇ ਨੇ ਸਵਾਲ ਪੁੱਛਿਆ ਤੇ ਸਵਾਲ ਤੋਂ ਮਤਲਬ ਸਵਾਲ ਦੇ ਜਵਾਬ ਤੋਂ ਭੱਜਦੇ ਨਜ਼ਰ ਗੱਲ ਮੈਂ ਇਹ ਕਹਿਣਾ ਤੁਸੀਂ ਇਹਨਾਂ ਦੇ ਸਵਾਲ ਤੋਂ ਇਹ ਸਾਰੇ ਭੱਜਣਗੇ ਕੀ ਵੱਡਾ ਕੀ ਛੋਟਾ ਕਿਉਂਕਿ ਸਾਰਿਆਂ ਦੀ ਲਾਈਨ ਇੱਕੋ ਹੈ ਨਾ ਮੈਂ ਉਹ ਤਾਂ ਚਲੋ ਉਹ ਵੱਡੇ ਲੀਡਰ ਨੇ ਉੱਥੇ ਹੋ ਸਕਦਾ ਵੀ ਆਮ ਪ੍ਰੈਸ ਵਾਲੇ ਨੂੰ ਉੱਥੇ ਨਾ ਵੀ ਇਹ ਪਹੁੰਚ ਨਾ ਬਣਦੀ ਹੋਵੇ ਮੈਂ ਤਾਂ ਜਿਹੜਾ ਦਸਤਖਤ ਕਰਾਉਂਦੇ ਨੇ ਗੁਰਦੁਆਰਿਆਂ 'ਚ ਮੈਂ ਤਾਂ ਇਹ ਬੇਨਤੀ ਕਰਦਾ ਵੀ ਕਦੇ ਇਹਨਾਂ ਨੂੰ ਵੀ ਪੁੱਛੋ ਵੀ ਗਏ ਸੀ ਉੱਥੇ ਜਿਹੜੀਆਂ ਸ਼ਖਸੀਅਤਾਂ ਦਸਤਖਤ ਕਰਾ ਰਹੀਆਂ ਨੇ ਅੱਜ ਢੰਡੋਰੇ ਪਿੱਟ ਰਹੇ ਨੇ ਕਦੇ ਇੱਥੇ ਕੋਈ ਆ ਕੇ ਜਨਰਲ ਸਕੱਤਰ ਪ੍ਰੈਸ ਕਾਨਫਰੰਸ ਕਰ ਰਿਹਾ ਤਾਂ ਉਹਨਾਂ ਨੂੰ ਪੁੱਛੋ ਵੀ ਮਹਾਰਾਜ ਜਦੋਂ ਗੁਰਬਖਸ਼ ਸਿੰਘ ਬੈਠਾ ਸੀ ਉੱਥੇ ਅੰਬ ਸਾਹਿਬ ਬੈਠੇ ਸੀਗੇ ਵੀ ਆਪਾਂ ਉਦੋਂ ਤਾਂ ਕੋਈ ਨਹੀਂ ਗਿਆ ਹੈਗਾ ਬਿਲਕੁਲ ਜੀ ਅੱਗੇ ਤੋਂ ਇਹ ਸਵਾਲ ਜ਼ਰੂਰ ਖੜੇ ਹੋਣਗੇ ਇਹ ਕਿਉਂ ਨਹੀਂ ਤੁਸੀਂ ਗਏ ਕਿਉਂਕਿ ਚਲੋ ਤੁਹਾਡੀ ਉਮਰ ਵੀ ਛੋਟੀ ਆ ਅਜੇ ਤੁਹਾਨੂੰ ਮਤਲਬ ਇਹ ਇਸ ਕਰਕੇ ਨਾ ਇਹ ਡਰਾਮੇ ਨੇ ਹੁਣ ਅਸੀਂ ਤਾਂ ਡਰਾਮੇ ਕਹਾਂਗੇ ਨਾ ਇਹਨੂੰ ਹੁਣ ਮੈਂ ਤਾਂ ਉੱਥੇ ਬੈਠਿਆ ਸੀ ਜਾ ਕੇ ਇਸ ਕਰਕੇ ਮੈਂ ਤਾਂ ਨਾ ਮੈਂ ਇਹਨਾਂ ਦੇ ਇਹਦੇ 'ਚ ਜਾਵਾਂ ਡਰਾਮੇ ਦੇ ਵਿੱਚ ਅਸੀਂ ਤਾਂ ਉੱਥੇ ਬੈਠੇ ਜਿੱਥੇ ਇਹਨਾਂ ਨੂੰ ਸੇਕ ਲੱਗਦਾ ਸੀ ਬੈਠਣ ਦਾ ਮੇਰੇ ਕੋਲ ਬੜੇ ਟੈਲੀਫੋਨ ਆਉਂਦੇ ਸੀਗੇ ਉਹ ਫਲਾਣਾ ਗੁੱਸਾ ਕਰਦਾ ਢਿਮਕਾ ਕਰਦਾ ਮੈਂ ਕਰੇ ਗੁੱਸਾ ਅਸੀਂ ਕਿਸੇ ਕੋਲ ਲੈ ਕੇ ਖਾਧਾ ਹੋਇਆ ਅਸੀਫਾ ਦੇ ਦਿੰਦੇ ਆਪਣੀ ਮੈਂਬਰੀ ਤੋਂ ਬੜੀ ਗੱਲ ਚੱਕੋ ਆਪਣੀ ਸ਼੍ਰੋਮਣੀ ਕਮੇਟੀ ਸੋ ਇਹ ਨਹੀਂ ਗੱਲ ਇੱਕ ਬੰਦਾ ਭੁੱਖਾ ਮਰ ਰਿਹਾ ਉੱਥੇ ਲੜ ਰਿਹਾ ਹੈ ਦੇਖੋ ਗੁਰਬਖਸ਼ ਸਿੰਘ ਦੇ ਵਿੱਚ 100 ਕਮੀ ਹੋਵੇ ਪਰ ਮੈਂ ਅੱਜ ਵੀ ਜੇ ਬੰਦੇ ਸਿੱਖਾਂ ਦੀ ਦਸਤਖਤ ਵੀ ਹੋ ਰਹੇ ਹਨ ਤਾਂ ਵੀ ਉਸ ਬੰਦੇ ਨੂੰ ਇਸ ਗੱਲ ਦਾ ਸਿਹਰਾ ਜਾਂਦਾ
ਸੁੱਤੀ ਹੋਈ ਕੌਮ ਨੂੰ ਉਹਨੇ ਜਗਾਇਆ ਉੱਥੇ ਬੈਠ ਕੇ। ਲੋਕਾਂ ਨੂੰ ਪਤਾ ਲੱਗਿਆ ਵੀ ਹਾਂ ਇੰਨੇ ਸਾਲ ਹੋ ਗਏ ਸਾਡੇ ਸਿੰਘਾਂ ਨੂੰ ਬੈਠੇ ਨੂੰ। ਬਿਲਕੁਲ। ਚਾਹੇ ਕੁਝ ਮੈਂ ਕਹਾਂ ਮੈਂ ਵੀ ਉਹਦੇ ਵਿੱਚ ਸ਼ਾਮਲ ਸੀਗਾ, ਸਾਨੂੰ ਕਿਸੇ ਨੂੰ ਕੋਈ ਸੁਰਤ ਨਹੀਂ ਸੀ। ਆਮ ਦੁਨੀਆ ਨੂੰ ਬਹੁਤ, ਜਿਵੇਂ ਪੰਜਾਬ ਦੇ ਜਿਹੜੀ ਆਵਾਮ ਆ ਉਹਨੂੰ ਬਿਲਕੁਲ ਵੀ ਅਜੇ ਵੀ ਬਹੁਤ ਜਿਹੜੀ ਨਵੀਂ ਪੀੜ੍ਹੀ ਆ ਸਾਡੇ ਵਰਗੀ ਜਿਹੜੀ ਪੜ੍ਹ ਰਹੀ ਆ, ਉਹਨਾਂ ਨੂੰ ਹਜੇ ਇਹ ਵੀ ਨਹੀਂ ਪਤਾ। ਵੈਸੇ ਭਾਈ ਹਲਵਾਰਾ ਹੋ ਗਏ ਅਤੇ ਕਈਆਂ ਦੇ ਨਾਂ ਜਿਵੇਂ ਜਾਣਦੇ ਨੇ, ਪਰ ਬੰਦੀ ਸਿੰਘ ਜਿਵੇਂ ਕਿ ਦਵਿੰਦਰਪਾਲ ਭੁੱਲਰ ਦੀ ਹੋ ਗਈ ਜ਼ਿਆਦਾ ਜਿਵੇਂ ਚਰਚਾ ਹੋ ਰਹੀ ਆ, ਉਹਨਾਂ ਬਾਰੇ ਜਾਣਕਾਰੀ ਆ। ਸੋ ਜਾਂਦੇ ਜਾਂਦੇ ਮੇਰਾ ਆਖਰੀ ਸਵਾਲ, ਅੰਮ੍ਰਿਤਪਾਲ ਅਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਇੱਕ ਫਿਲਮ ਆ ਰਹੀ ਆ ਦਾਸਤਾਨ-ਏ ਸਰਹੰਦ ਕਾਰਟੂਨ ਰੂਪੀ। ਪਹਿਲਾਂ ਅੰਮ੍ਰਿਤਪਾਲ ਭਾਈ ਦੇ ਵੱਲੋਂ ਬਿਆਨ ਆਇਆ ਸੀ ਕਿ ਅਸੀਂ ਵਿਰੋਧ ਕਰਦੇ ਹਾਂ। ਹਜੇ ਹੀ ਐਡਵੋਕੇਟ ਧਾਮੀ ਸਾਹਿਬ ਦਾ ਅੱਜ ਬਿਆਨ ਆਇਆ ਕਿ ਮੈਂ ਅਪੀਲ ਕਰਦਾ ਕਿ ਉਹ ਫਿਲਮ ਨਾ ਦੇਖੀ ਜਾਵੇ। ਦੇਖੋ, ਪਹਿਲੀ ਗੱਲ ਇਹ ਆ ਤੋ ਅਸੀਂ ਤਾਂ ਪਹਿਲੀ ਘੜੀ ਤੋਂ ਹੀ ਗੁਰੂ ਸਾਹਿਬ ਕਹਿੰਦੇ ਨੇ ਨਾਟਕ ਚੇਟਕ ਕੀਏ ਕੁਕਾਜਾ। ਮਹਾਰਾਜ ਨੇ ਤਾਂ ਇਹਨੂੰ ਕੁਕਾਜ ਕਿਹਾ, ਚੰਗਾ ਕੰਮ ਨਹੀਂ ਕਿਹਾ। ਕਿਉਂਕਿ ਅੱਜ ਪੂਰੀ ਦੁਨੀਆ ਦੀ ਫਿਲਮ ਇੰਡਸਟਰੀ ਜਿਹੜੀ ਹੈ ਉਹ ਕ੍ਰਾਈਸਿਸ ਦੇ ਵਿੱਚ ਹੈ। ਈਸਾਈਜ਼ਮ 'ਤੇ ਫਿਲਮਾਂ ਬਣੀਆਂ, ਉਹ ਚੱਲੀਆਂ ਨਹੀਂ। ਹਿੰਦੂਇਜ਼ਮ 'ਤੇ ਬਣੀਆਂ, ਉਹ ਚਲੋ ਉਹਦੇ ਬਾਅਦ ਉਹਨਾਂ ਨੇ ਥੋੜ੍ਹਾ ਜਿਹਾ ਉਹਨਾਂ ਦਾ ਰੂਪ ਵੀ ਬਦਲ ਗਿਆ। ਉਹ ਫਿਰ ਮਹਾਭਾਰਤ ਅਤੇ ਰਾਮਾਇਣ ਦੇ ਰੂਪ ਦੇ ਵਿੱਚ ਉਹ ਇੱਧਰ ਨੂੰ ਵੱਧ ਗਏ। ਪਰ ਜੇ ਤੁਸੀਂ ਉਹਨਾਂ ਨੂੰ ਵੀ ਸਟੱਡੀ ਕਰੋ, ਮੈਂ ਤਾਂ ਚਲੋ ਗੁਰੂ ਦੀ ਕਿਰਪਾ ਨਾਲ ਜਿੰਨਾ ਗੁਰੂ ਸਾਹਿਬ ਨੇ ਪੜ੍ਹਾਇਆ, ਮੈਂ ਥੋੜ੍ਹਾ ਬਹੁਤਾ ਸਾਰੇ ਧਰਮਾਂ ਦਾ ਜਿੰਨਾ ਕਿ ਮੇਨ ਧਰਮ ਨੇ ਉਹਨਾਂ ਨੂੰ ਦੇਖਿਆ ਪੜ੍ਹਿਆ, ਉਹਨਾਂ ਨੂੰ ਇਹ ਚੀਜ਼ਾਂ ਕਰਕੇ ਉਹ ਵੀ ਵਾਧੇ 'ਚ ਨਹੀਂ ਗਏ, ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਘਾਟਾ ਹੋਇਆ। ਕਿਉਂਕਿ ਜਦੋਂ ਤੁਸੀਂ ਸ਼ਾਸਤਰਾਂ ਦਾ ਅਧਿਐਨ ਕਰੋਗੇ, ਵੇਦਾਂ ਦਾ ਅਧਿਐਨ ਕਰੋਗੇ, ਤਾਂ ਉੱਥੇ ਕੇਵਲ ਇੱਕ ਪਰਮਾਤਮਾ ਦੀ ਗੱਲ ਆ। ਤਰੀਕੇ ਵੱਖਰੇ ਵੱਖਰੇ, ਨਿਆਏ ਸ਼ਾਸਤਰ ਹੈ ਜਾਂ ਮੀਮਾਂਸਾ ਹੈ, ਉਹ ਸਾਰਿਆਂ ਨੇ ਕਿਸੇ ਨੇ ਰੱਬ ਦੀ ਹੋਂਦ ਤੋਂ ਹੀ ਮੁੱਕਰ ਗਿਆ, ਪਰ ਉਹ ਵੀ ਮੁੱਕਰ ਕੇ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੰਨ ਰਿਹਾ, ਕੋਈ ਸਿੱਧਾ ਮੰਨ ਰਿਹਾ। ਕਹਿਣ ਦਾ ਮਤਲਬ ਹੈ ਕਿ ਉਹ ਵੀ ਇਸ ਗੱਲ ਤੋਂ ਉੱਪਰ ਉੱਠੇ ਹੋਏ ਨੇ। ਠੀਕ ਹੈ। ਤਾਂ ਅੱਜ ਜਿਹੜਾ ਸਾਡਾ ਸਿੱਖ ਫਲਸਫਾ ਸਿਧਾਂਤਕ ਤੌਰ 'ਤੇ ਪੂਰੀ ਦੁਨੀਆ ਦੇ ਵਿੱਚ, ਧਰਮ ਦੀ ਉਮਰ ਬਹੁਤ ਛੋਟੀ ਹੈ ਦੁਨੀਆ ਦੇ ਬਾਕੀ ਧਰਮਾਂ ਨਾਲੋਂ। 300 ਸਾਲ ਤੋਂ ਉੱਪਰ ਥੋੜ੍ਹਾ ਜਿਹਾ ਸਮਾਂ ਅਜੇ ਹੋਇਆ ਸਿੱਖ ਧਰਮ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਹ ਆਇਡੈਂਟੀ ਦਿੱਤੀ ਹੈ। ਦੇਖੋ, ਸਾਡੇ ਕੋਲ ਇੱਕ ਸਿਧਾਂਤ ਹੈ ਜਿਹੜਾ ਗੁਰਬਾਣੀ ਦਾ, ਹੋਏ ਇਕੱਤਰ ਮਿਲਹੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਹੋ ਸਫਾ ਵਿਛਾਏ। ਸਫਾ ਵਿਛਾਏ ਦਾ ਮਤਲਬ ਜਿਹੜਾ ਅਸੀਂ ਕਥਾ ਕੀਰਤਨ ਸੁਣਨ ਵਾਸਤੇ ਬਹਿੰਦੇ ਹਾਂ, ਇਹਦਾ ਮਤਲਬ ਕੀ ਹੈ? ਸਾਡੇ ਅੰਦਰ ਕਿਸੇ ਕਿਸਮ ਦੀ ਦੁਬਿਧਾ ਹੈ, ਫਿਰ ਕਥਾ ਹੈ ਚਾਹੇ ਕੀਰਤਨ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ। ਤੋ ਇਸੇ ਤਰ੍ਹਾਂ ਕਥਾ ਦਾ ਗੁਰਬਾਣੀ ਦੇ ਵਿੱਚ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਅਸੀਂ ਭਾਵੇਂ ਕੀਰਤਨ ਕਰਦੇ ਹਾਂ, ਭਾਵੇਂ ਅਸੀਂ ਕਥਾ ਕਰਦੇ ਹਾਂ, ਭਾਵੇਂ ਸੰਗਤ ਰੂਪ ਦੇ ਵਿੱਚ ਅਸੀਂ ਇਕੱਠੇ ਹੋ ਕੇ ਬਹਿੰਦੇ ਹਾਂ, ਇਹ ਸਾਡਾ ਆਪਣਾ ਨਹੀਂ, ਇਹ ਗੁਰੂ ਸਾਹਿਬਾਨਾਂ ਨੇ ਦਿੱਤਾ ਸਾਨੂੰ। ਠੀਕ ਹੈ ਨਾ ਗੱਲ? ਤੋ ਜਿਹੜੀਆਂ ਫਿਲਮਾਂ ਨੇ, ਜੇ ਗੁਰੂ ਸਾਹਿਬ ਨੂੰ ਇਹ ਲੱਗਦਾ ਹੁੰਦਾ ਫਿਰ ਮਹਾਰਾਜ ਨਹੀਂ ਸੀ ਨਾਟਕ ਕਰਾ ਸਕਦੇ ਆਪਣੇ ਹੁੰਦੇ। ਉਦੋਂ ਭੰਡ ਥੋੜ੍ਹੇ ਸੀਗੇ, ਕਿਤੇ ਨਾਟਕ ਕਰਨ ਵਾਲੇ ਉਦੋਂ ਕਿਤੇ ਆਉਂਦੇ ਨਹੀਂ ਸੀ। ਦਸਮ ਪਾਤਸ਼ਾਹ ਦੀਆਂ ਸਾਖੀਆਂ ਆਉਂਦੀਆਂ ਕਿ ਜੇ ਸਿੱਖ ਮਾੜਾ ਮੋਟਾ ਵੀ ਲੋਕੇ ਇੱਧਰ ਉੱਧਰ ਦੇਖਣ ਵੀ ਚਲੇ ਗਏ ਤਾਂ ਗੁਰੂ ਸਾਹਿਬ ਨੇ ਉਹਦਾ ਵੀ ਇਤਰਾਜ਼ ਕੀਤਾ ਕਿ ਨਹੀਂ, ਰਾਸ ਲੀਲਾ ਨਹੀਂ ਦੇਖਣੀ, ਅੱਜ ਤੋਂ ਬਾਅਦ ਕਦੇ ਇੱਧਰ ਨਹੀਂ ਜਾਣਾ, ਇੱਧਰ ਨਹੀਂ ਝਾਕਣਾ। ਹੁਣ ਗੱਲ ਇਹ ਹੈ ਕਿ ਅੱਜ ਸਿੱਖ ਸਿਧਾਂਤ ਦੇਖੋ, ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਸਾਡੇ, ਉਹ ਦਸਮ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ, ਪਰ ਸਾਡੇ ਲਈ ਆਦਰ ਉਹ ਗੁਰੂ ਸਾਹਿਬ ਜੀ ਨਾਲ ਰੱਖਦੇ ਨੇ। ਠੀਕ ਹੈ ਨਾ ਗੱਲ? ਤਾਂ ਜਦੋਂ ਤੁਸੀਂ ਉਹਨਾਂ ਦਾ ਕਾਰਟੂਨ ਬਣਾ ਦਿੱਤਾ ਤਾਂ ਸਮਝ ਲਓ ਤੁਸੀਂ ਕਿਤੇ ਨਾ ਕਿਤੇ ਉਹ ਇੱਕ ਸਿਧਾਂਤਕ ਰੂਪ ਦੇ ਵਿੱਚ, ਕਿਉਂਕਿ ਉਹ ਸਰੀਰ ਨਹੀਂ ਹੈਗੇ, ਉਹ ਆਤਮਾ ਔਰ ਪਰਮਾਤਮਾ ਦੇ ਨਾਲ ਰਲੀ ਹੋਈ ਜੋਤ ਆ। ਠੀਕ ਹੈ ਨਾ ਗੱਲ? ਤਾਂ ਉਹਨਾਂ ਨੂੰ ਸਰੀਰਾਂ ਦੇ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ। ਉਹ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਅਸੀਂ ਤੇ ਹਰ ਵਕਤ ਜਿਹੜਾ ਵੀ ਫਤਿਹਗੜ੍ਹ ਸਾਹਿਬ ਆਉਂਦਾ ਉਹਨੂੰ ਇਹ ਲੱਗਦਾ ਕਿ ਸ਼ਹੀਦ ਹਾਜ਼ਰ ਨਾਜ਼ਰ ਨੇ। ਇਕੱਲਾ ਇੱਥੇ ਬੈਠਣ ਵਾਲੇ ਨੂੰ ਨਹੀਂ ਲੱਗਦਾ, ਜਿਹੜਾ ਵਿਦੇਸ਼ 'ਚ ਬੈਠਾ ਇੱਥੋਂ ਮੱਥਾ ਟੇਕ ਕੇ ਚਲਿਆ ਗਿਆ ਉਹ ਅਰਦਾਸ ਕਰਦਾ, ਸ਼ਹੀਦਾਂ ਨੂੰ ਯਾਦ ਕਰਦਾ, ਉਹਨੂੰ ਲੱਗਦਾ ਕਿ ਮੇਰੇ ਨਾਲ ਨੇ। ਤਾਂ ਇਸ ਲਈ ਉਹਨਾਂ ਦੀ ਸਿਧਾਂਤਕ ਰੂਪ ਦੇ ਵਿੱਚ ਉਹਨਾਂ ਦੀ ਪ੍ਰਾਪਤੀ ਜਾਂ ਉਹਨਾਂ ਦਾ ਮੇਲ ਜਾਂ ਉਹਨਾਂ ਦੇ ਉੱਤੇ ਭਾਵਨਾ ਆਉਣੀ ਹੈ ਜਦੋਂ ਸਿੱਖ ਗੁਰਬਾਣੀ ਪੜ੍ਹੂਗਾ, ਸ਼ਹੀਦਾਂ ਦੀ ਯਾਦ 'ਚ ਪੜ੍ਹੂਗਾ। ਦੇਖੋ ਹੁਣ ਸ਼ਹੀਦੀ ਜੋੜ ਮੇਲਾ ਆ ਰਿਹਾ, ਬਹੁਤ ਸਾਰੇ ਸਿੱਖ ਕੋਈ ਸਹਿਜ ਪਾਠ ਕਰਦਾ, ਕੋਈ ਅਖੰਡ ਪਾਠ ਸਾਹਿਬ ਕਰਾਉਂਦਾ, ਕੋਈ ਜਪਜੀ ਸਾਹਿਬ ਦਾ। ਉਹ ਫਿਰ ਜਿਹੜੇ ਤੁਸੀਂ ਕਾਰਟੂਨ ਦਿਖਾ ਤੇ ਫਿਰ ਤਾਂ ਉਹਨਾਂ ਦੀ ਭਾਵਨਾਤਮਕ ਤੌਰ 'ਤੇ ਉਹਦੇ ਨਾਲ ਜੁੜ ਜਾਣਗੇ। ਜਿਹੋ ਜਿਹੀ ਤਸਵੀਰ ਹੁੰਦੀ ਆ ਉਹ ਅੰਦਰ ਉਕਰ ਜਾਂਦੀ ਹੈ। ਮੈਂ ਇਸ ਚੀਜ਼ ਦੀ ਮਾਫੀ ਚਾਹੁੰਦਾ ਗੱਲ ਕੱਢਦਾ, ਪਰ ਕਿਤੇ ਨਾ ਕਿਤੇ ਜਦੋਂ ਸਿਨੇਮੇ ਘਰਾਂ ਦੇ ਵਿੱਚ ਅਸੀਂ ਵਿਊ ਲੈਣ ਜਾਂਦੇ ਹਾਂ, ਉਹਨਾਂ ਦੀ ਮਤਲਬ ਕਿਸ ਤਰ੍ਹਾਂ ਦੀ ਮੂਵੀ ਲੱਗੀ, ਜਿਹੜੇ ਬੱਚੇ ਨਹੀਂ ਜਾਣਦੇ, ਜਿੱਦਾਂ ਕਿ
ਸ਼ਹਿਰਾਂ ਦੇ ਬੱਚੇ ਹਿੰਦੂ ਧਰਮ ਦੇ ਨਾਲ ਕੋਈ ਸੰਬੰਧ, ਕ੍ਰਿਸਚਨ ਦੇ ਨਾਲ ਸੰਬੰਧ ਰੱਖਦੇ ਨੇ, ਜਦੋਂ ਸਕੂਲਾਂ ਤੋਂ ਬੈਨਾਂ ਪਰ ਉਹ ਚੀਜ਼ ਦਿਖਾਈ ਗਈ, ਪ੍ਰਦੇਸ਼ਾਂ ਦੇ ਵਿੱਚ ਵੀ ਜਾਣੂ ਕਰਵਾਇਆ ਗਿਆ ਧਰਮ ਦੇ ਬਾਰੇ, ਤਾਂ ਰੋਂਦੇ ਆਏ ਨੇ ਬੱਚੇ ਵੀ, ਮਾਪੇ ਵੀ, ਜਿਹੜੇ ਅਣਜਾਣ ਸੀਗੇ। ਕਿਤੇ ਨਾ ਕਿਤੇ ਇੱਕ ਚੰਗੀ ਚੀਜ਼ ਵੀ ਤਾਂ ਹੈ ਵੀ ਉਹ ਚੀਜ਼ ਬਾਰੇ ਜਾਣਕਾਰੀ ਹੋਈ। ਬਿਲਕੁਲ ਨਹੀਂ, ਸਿਧਾਂਤ ਤੋਂ ਉਲਟ ਕਰਕੇ ਉਹ ਅਸੀਂ ਜੋ ਮਰਜ਼ੀ ਉਹਨੂੰ ਚੰਗੀ ਕਹੀ ਜਾਈਏ। ਗੱਲ ਇਹ ਆ ਕਿ ਜੇ ਹਾਂ ਗੱਲ ਆ ਵੀ ਉਹਨਾਂ ਨੂੰ ਜਾਣਕਾਰੀ ਮਿਲਦੀ ਆ, ਇਹਦਾ ਮਤਲਬ ਅਸੀਂ ਜਾਣਕਾਰੀ ਨਹੀਂ ਪਹੁੰਚਾ ਸਕੇ, ਇਹ 'ਚ ਵੀ ਸਾਡਾ ਗਲਤੀ ਆ ਨਾ। ਜੇ ਉਹ ਬੱਚੇ ਰੋਂਦੇ ਨਿਕਲਦੇ ਨੇ, ਇਹਦਾ ਮਤਲਬ ਅਸੀਂ ਉਸ ਲੈਵਲ ਦੇ ਕਥਾਕਾਰ ਨਹੀਂ ਪੈਦਾ ਕਰ ਸਕੇ ਜਿਹੜੇ ਪੰਜਾਬੀ ਤੋਂ ਬਿਨਾਂ ਹੋਰ ਬੋਲੀਆਂ ਦੇ ਵਿੱਚ ਵੀ ਕਥਾ ਕਰ ਸਕਦੇ ਹੋਣ। ਇਹ ਸਾਡੀ ਜ਼ਿੰਮੇਵਾਰੀ ਸੀਗੀ ਪੰਜਾਬ ਤੋਂ ਬਾਹਰ ਪ੍ਰਚਾਰ ਕਰਨ ਦਾ, ਅਸੀਂ ਤਾਂ ਇੱਥੇ ਨਹੀਂ ਕਰ ਰਹੇ। ਇਹ ਸਾਡੀ ਕਮੀ ਹੈ। ਤੇ ਦੂਜੀ ਗੱਲ, ਮੈਂ ਫਿਲਮ ਬਣਾਉਣ ਵਾਲਿਆਂ ਨੂੰ ਦੋਸ਼ ਨਹੀਂ ਦਿੰਦਾ। ਮੇਰੇ ਕੋਲ ਵੀ ਉਹ ਆਏ ਸੀ। ਤੁਸੀਂ ਇਹ ਦੇਖੋ, ਇਹਨਾਂ ਨੇ ਇਜਾਜ਼ਤਾਂ ਦਿੱਤੀਆਂ ਹੋਈਆਂ ਨੇ, ਚਿੱਠੀਆਂ ਬਣਾ ਕੇ ਉਹਨਾਂ ਨੂੰ। ਤੁਸੀਂ ਇਹ ਕੰਮ ਨਹੀਂ ਕਰਨਾ, ਅਗਲੇ ਨੂੰ ਕਹਿ ਦਿਓ ਭਾਈ ਇਹ ਨਹੀਂ, ਅਸੀਂ ਇਹਦੇ ਹੱਕ 'ਚ। ਤੋ ਅਗਲਾ ਆਪਣਾ, ਹੁਣ ਤੁਸੀਂ ਅਗਲੇ ਦਾ 5-10 ਕਰੋੜ ਰੁਪਈਆ ਇਸ ਕੰਮ ਤੇ ਲਵਾ ਕੇ, ਹੁਣ ਜਦੋਂ ਲੋਕਾਂ ਦਾ ਜ਼ੋਰ ਪੈ ਗਿਆ, ਹੁਣ ਤੁਸੀਂ ਖੜ ਜਾਓ ਦੂਏ ਪਾਸੇ ਕਿ ਇਹਨੂੰ ਰੱਦ ਕਰੋ। ਫਿਰ ਜਿਹੜੇ ਉਹਨਾਂ ਦਾ ਫਾਈਨੈਂਸ਼ੀਅਲੀ ਨੁਕਸਾਨ ਹੋਇਆ ਕਰੋੜਾਂ ਰੁਪਏ ਦਾ, ਬਿਲਕੁਲ ਉਹਦਾ ਜ਼ਿੰਮੇਵਾਰ ਕੌਣ ਹੈ ਬਈ? ਇੱਕ ਪਾਸੇ ਤੁਸੀਂ ਇੱਕ ਫਿਲਮ ਖਰੀਦੀ ਹੈ 4 ਕਰੋੜ ਦੇ ਵਿੱਚ, ਜਦੋਂ 4 ਸਾਹਿਬਜ਼ਾਦੇ ਫਿਲਮ ਚੱਲੀ, ਮਤਲਬ ਜਿੱਧਰ ਨੂੰ ਲੋਕ ਤੁਰਨਗੇ ਤੁਸੀਂ ਉਧਰ ਨੂੰ ਤੁਰਨਾ। ਮਤਲਬ ਆਪਣੇ ਆਪ ਸਾਨੂੰ ਕੋਈ ਨਹੀਂ ਲੱਗਦਾ ਹੈਗਾ ਵੀ ਸਿਧਾਂਤਕ ਤੌਰ ਤੇ ਇਹ ਗਲਤ ਹੈ ਜਾਂ ਠੀਕ ਹੈ। ਸਿਧਾਂਤ ਭੀੜ ਦੇ ਮਗਰ ਨਹੀਂ ਜਾਂਦਾ ਹੁੰਦਾ, ਸਿਧਾਂਤ ਤਾਂ ਭੀੜ ਦੇ ਸਾਹਮਣੇ ਖਲੋਦਾ ਹੁੰਦਾ ਵੀ ਆਹ ਖੜਿਆ ਮੈਂ। ਜੇ ਤੁਸੀਂ ਸਿਧਾਂਤਕ ਤੌਰ ਤੇ ਠੀਕ ਹੈ ਨਾ, ਤੁਸੀਂ ਇਕੱਲੇ ਹੋ, 1000 ਬੰਦਾ ਕਹਿ ਰਿਹਾ ਇਕੱਲਾ ਗਲਤ ਆ, ਤੁਸੀਂ ਠੀਕ ਹੋ ਗਏ ਤਾਂ ਯਾਦ ਰੱਖੋ ਇੱਕ ਦਿਨ ਉਹ 1000 ਦਾ 1000 ਕਹੂਗਾ ਕਿ ਅਸੀਂ ਗਲਤ ਸੀ ਕਿ ਉਹ ਬੰਦਾ ਠੀਕ ਸੀ। ਸੰਸਥਾਵਾਂ ਇਸ ਲਈ ਬਣੀਆਂ ਨੇ ਕਿ ਉਹ ਸਿਧਾਂਤਾਂ ਦੀ ਰਾਖੀ ਕਰਨ। ਸੰਸਥਾਵਾਂ ਇਸ ਲਈ ਨਹੀਂ ਬਣੀਆਂ ਕਿ ਸਾਨੂੰ ਇਹ ਲੱਗੇ ਵੀ ਹੁਣ ਲੋਕ ਇੱਧਰ ਨੂੰ ਚੱਲਦੇ ਨੇ ਤੇ ਮਗਰੇ ਹੋ ਲਓ। ਲੋਕ ਕਹਿੰਦੇ ਨੇ ਕਿ ਇਹਨੂੰ ਰੱਦ ਕਰੋ, ਅਸੀਂ ਵੀ ਲੱਗੇ ਕਹਿੰਦੇ ਰੱਦ ਕਰੋ। ਬਈ ਰੱਦ ਤਾਂ ਕਰੋ, ਜਿਹੜੀਆਂ ਉਹਨਾਂ ਨੂੰ ਮਨਜ਼ੂਰੀਆਂ ਦਿੱਤੀਆਂ ਨੇ ਉਹ ਕੌਣ ਦਿੱਤੀਆਂ ਨੇ, ਉਹਨਾਂ ਨੂੰ ਕਰੋ ਸਾਹਮਣੇ ਕਟਹਿਰੇ ਦੇ ਵਿੱਚ ਪੇਸ਼। ਐਡਵੋਕੇਟ ਧਾਮੀ ਸਾਹਿਬ ਤਾਂ ਖੁਦ ਹੀ ਆਪ ਹੀ ਬਿਆਨ ਦੇ ਰਹੇ ਨੇ, ਇੱਕ ਬਾਈਟ ਆ ਰਹੀ ਹੈ ਜਿਹਦੇ ਵਿੱਚ ਕਹਿ ਰਹੇ ਨੇ ਵੀ ਮੂਵੀ ਨਹੀਂ ਦੇਖਣੀ ਚਾਹੀਦੀ, ਜਾਂ ਜੋ ਖੁਦ ਹੀ ਆਪ ਹੀ ਕਹਿ ਰਹੇ ਨੇ, ਹਾਲਾਂਕਿ ਉਹਨਾਂ ਤੋਂ ਵੀ ਪਰਮਿਸ਼ਨ ਸ਼ਾਇਦ ਗਈ ਹੋਵੇ। ਨਹੀਂ ਦੇਖੋ, ਇਹ ਗਲਤ ਆ। ਧਾਮੀ ਸਾਹਿਬ ਸਿਧਾਂਤਕ ਤੌਰ ਤੇ ਧਾਮੀ ਸਾਹਿਬ ਗੱਲ ਠੀਕ ਕਰ ਰਹੇ ਨੇ ਇਸ ਟਾਈਮ। ਇਹ ਜੋ ਕੁਝ ਵੀ ਵਰਤਾਰੇ ਵਰਤ ਰਹੇ ਹੋਏ ਨੇ, ਉਹ ਤਾਂ ਉਹਨਾਂ ਨੂੰ 2015-16 ਦੀਆਂ ਮਿਲੀਆਂ ਹੋਈਆਂ ਨੇ ਪਰਮਿਸ਼ਨਾਂ, ਜਿਹੜੀ ਉਹ ਚੱਕੀ ਫਿਰਦੇ ਨੇ। ਧਾਮੀ ਸਾਹਿਬ ਨੂੰ ਤਾਂ ਹਜੇ 1 ਸਾਲ ਤੇ ਸਮਝ ਲੈ 1 ਮਹੀਨਾ ਉੱਪਰ ਹੋਇਆ, 2 ਸਾਲ ਹੀ ਹੋਇਆ ਇਹਨਾਂ ਨੂੰ ਪ੍ਰਧਾਨ ਬਣਿਆ ਨੂੰ। ਪਰਮਿਸ਼ਨਾਂ ਤਾਂ ਪੁਰਾਣੀਆਂ ਬਣੀਆਂ ਹੋਈਆਂ ਨੇ। ਪਰਮਿਸ਼ਨਾਂ ਇਹਨਾਂ ਦੇ ਜਿਹੜੇ ਰਿਸਰਚ ਬੋਰਡ ਬਣੇ ਨੇ ਉਹਨਾਂ ਨੇ ਦਿੱਤੀਆਂ, ਇਹਨਾਂ ਦੀਆਂ ਧਰਮ ਪ੍ਰਚਾਰ ਵਾਲਿਆਂ ਨੇ ਦਿੱਤੀਆਂ, ਤੇ ਇਹਨਾਂ ਦੀਆਂ ਸਬ ਕਮੇਟੀਆਂ ਨੇ ਦਿੱਤੀਆਂ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਚਰਚਾ ਹੋਈ ਅਤੇ ਤੁਹਾਡਾ ਬਹੁਤ ਧੰਨਵਾਦ ਜੀ। ਸੋ ਜਿਹੜੀਆਂ ਚਰਚਾਵਾਂ ਹੋਈਆਂ ਨੇ, ਜਿਸ ਮੁੱਦਿਆਂ 'ਤੇ ਹੋਈਆਂ ਨੇ, ਉਹਨਾਂ ਮੁੱਦਿਆਂ 'ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ, ਔਰ ਜਾਂਦੇ ਵੀ ਸਵਾਲ ਖੜਾ ਕਰਦੇ ਆ। ਕਿਤੇ ਨਾ ਕਿਤੇ ਜਿਹੜੇ ਧਰਮ 'ਤੇ ਜਦੋਂ ਉਂਗਲ ਖੜੀ ਕਰਦੇ ਨੇ, ਜਾਂ ਧਰਮ ਪ੍ਰਚਾਰ 'ਤੇ ਜਿਹੜੀ ਅੱਜ ਕੱਲ੍ਹ ਦੇ ਦੌਰ 'ਚ ਜੋ ਗੱਲਾਂ ਹੋ ਰਹੀਆਂ ਨੇ, ਕਿਤੇ ਨਾ ਕਿਤੇ ਬਾਬਾ ਰੰਧਾਵਾ ਸਾਹਿਬ ਜੀਆਂ ਦੀਆਂ ਉਹ ਗੱਲਾਂ ਜ਼ਰੂਰ ਸੱਚੀਆਂ ਵੀ ਨੇ। ਸੋ ਜੋ ਇਹ ਚਰਚਾ ਹੋਈ ਆ ਉਸ ਬਾਬਤ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ, ਕਿਵੇਂ ਦੀ ਇਹ ਚਰਚਾ ਲੱਗੀ। ਤੇ ਅਗਲੇ ਐਪੀਸੋਡ ਵਿੱਚ ਮੈਂ ਫੇਰ ਹਾਜ਼ਰ ਹੋਵਾਂਗਾ। ਮੈਨੂੰ ਦਿਓ ਇਜਾਜ਼ਤ, ਧੰਨਵਾਦ।